कि समय समय ते बड़े अकाली दल बनते रहे। जे असीं 2017 च हरे हाँ तो असीं 2007 च सरकार बनाई तो 2012 च भी दोबारा साडी लोकां ने बनाई। थोड़ा सा जो वक् होए तो आपां नूं भी पता है किस तरीके दे नाल अकाली दल जिद्दां जिद्दां जिहड़ी कि बाजी हार गया। हुण अगवाई है सुखबीर बादल होणां दे हत्थ, बदलियां होईयां परिस्थितियां हैगियां, सारा माहौल बदलिया। देखो जो 20 साल पहला माहौल सी जां 30 साल पहला माहौल सी वो अज नहीं है। सो इस करके आपां कि ढींडसा साहब गए ने तो बरनाला परिवार आया है, बड़ी बड़ी शक्ति रही है बरनाला परिवार कोले, और पंजाब के मुख मंत्री रहे हैं बलदेव सिंह मान वर्गे आए ने जिन्होंने बिल्कुल सरदार सुखदेव सिंह ढींडसा ने नुकरे ला दिता सीगा। जथेदार रंजीत सिंह ब्रह्मपर ते सरदार सुखदेव सिंह ढींडसा ने भुलेखा खा लिया कि शायद 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਤੇ ਆਇਆ ਤੇ ਲੋਕ ਸ਼ਾयद ਅਸੀਂ ਨਵਾਂ ਅਕਾਲੀ ਦਲ ਖੜਾ ਕਰਾਂਗੇ ਜਾਂ ਅਸੀਂ ਇੱਕ ਨਵੀਂ ਲਹਿਰ ਖੜੀ ਕਰਾਂਗੇ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਜਾਂ ਕੱਢ ਰਿਹਾ ਉਹ ਸਾਡੇ ਨਾਲ ਆ ਜਾਏਗਾ। ਅੱਜ ਬ੍ਰਹਮਪੁਰਾ ਸਾਹਿਬ ਅੰਦਰ ਬਹਿ ਕੇ ਗੱਲਾਂ ਵੀ ਇਹੀ ਕਰਦੇ ਨੇ, ਸਾਡੇ ਕੋਲੇ ਵੀ ਗੱਲਾਂ ਪਹੁੰਚਦੀਆਂ ਨੇ, ਉਹਨਾਂ ਦੇ ਸਾਥੀ ਦੱਸਦੇ ਨੇ ਕਿ ਬ੍ਰਹਮਪੁਰਾ ਸਾਹਿਬ ਕਹਿੰਦੇ ਆ ਕਿ ਏਡਾ ਵੱਡਾ ਭੁਲੇਖਾ ਯਾਰ ਮੈਂ ਕਦੀ ਜ਼ਿੰਦਗੀ 'ਚ ਨਹੀਂ ਸੀ ਖਾਧਾ ਤੇ ਮੈਨੂੰ ਢੀਂਡਸਾ ਸਾਹਿਬ ਨੇ ਖਵਾਤਾ। ਅਗਰ ਵੀ ਸਾਡੇ ਨਾਲ ਤਾਂ ਆਇਆ ਹੀ ਕੋਈ ਨਹੀਂ, ਜਿਹੜੇ ਆਏ ਸੀ ਉਹ ਵੀ ਕੁਝ ਭੱਜ ਗਏ ਤੇ ਬਾਕੀ ਭੱਜਣ ਨੂੰ ਤਿਆਰੀ ਪੱਟੀ ਫਿਰਦੇ ਆ। नज़रिया की डिबेट जगतार सिंह सिद्धू वालों दर्शकों का स्वागत। अज आप एक अहम पंथक मुद्दे ते चर्चा कर रहे हैं। सीनियर अकाली नेता सुखदेव सिंह ढींडसा पंजाब के अंदर पंथक धिर वजों एक नवा अकाली दल कायम करन जा रहे हैं। सुखदेव सिंह ढींडसा कुछ समय पहला सुखबीर सिंह बादल की अगवाई वाले अकाली दल नूं अलविदा आके वख हो गए सन। इस तरह परविंदर ढींडसा जिहड़े कि 5वीं वार विधान सभा के विधायक बने हैं और वित्त मंत्री रहे हैं, वो भी नवीं धिर खड़ी करने में अहम भूमिका निभा रहे हैं। पंजाब के अंदर जिहड़ी नवीं धिर उसर रही है कि एक सदी पहला जिहड़ा बनया श्रोमणी अकाली दल जिसकी अगवाई मैं जिद्दां कही है सुखबीर बादल कर रहे हैं, ਉਹਦੇ ਲਈ ਇੱਕ ਵੱਡੀ ਚੁਣੌਤੀ ਬਣੇਗਾ। ਇਹਨਾਂ ਮਾਮਲਿਆਂ ਤੇ ਮੇਰੇ ਨਾਲ ਪੈਨਲ ਤੇ ਇਸ ਜਿਹੜੇ ਖਾਸ ਮਹਿਮਾਨ ਜੁੜ ਚੁੱਕੇ ਹੈ। ਵਿਰਸਾ ਸਿੰਘ ਵਲਟੋਹਾ ਜੀ ਅਕਾਲੀ ਦਲ ਦੀ ਕਦਾਵਰ ਹਸਤੀ, ਅਮਰਿੰਦਰ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਾਂ ਰਹੇ ਹੀ ਹੈ, ਪੰਥਕ ਧਿਰ ਵਜੋਂ ਇੱਕ ਜਾਣੇ ਪਛਾਣੇ ਆਗੂ, ਗੁਰਪ੍ਰੀਤ ਸਿੰਘ ਸੰਧੂ ਜੀ ਰਾਜਸੀ ਵਿਸ਼ਲੇਸ਼ਕ ਜਾਣਾ ਪਛਾਣਾ ਚਿਹਰਾ। ਤਿੰਨੇ ਮਹਿਮਾਨਾਂ ਨੂੰ ਆਪਾਂ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਵਲਟੋਹਾ ਜੀ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿਸ ਤਰ੍ਹਾਂ ਇਹ ਸਵਾਲ ਉੱਠ ਹੀ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਵੱਖਰੇ ਤੌਰ ਤੇ ਅਕਾਲੀ ਦਲ ਖੜਾ ਕਰਨ ਜਾ ਰਹੇ ਹੈ, ਜਿਹਦੇ 'ਚ ਅਕਾਲੀ ਦਲ 'ਚੋਂ ਨਿਕਲੇ ਕੁਝ ਰੁੱਸੇ ਆਗੂ ਸ਼ਾਮਲ ਹੋ ਰਹੇ ਹੈ, ਇੱਕ ਵੱਖਰਾ ਪਲੇਟਫਾਰਮ ਖੜਾ ਹੋ ਰਿਹਾ ਹੈ। ਜਿੱਦਾਂ ਮੈਂ ਕਹੀ ਹੈ ਕਿ 100 ਸਾਲ ਪਹਿਲਾਂ ਜਿਹੜਾ ਸਥਾਪਿਤ ਹੋਇਆ ਅਕਾਲੀ ਦਲ ਹੈ ਜਿਹਦੀ ਅਗਵਾਈ ਸੁਖਬੀਰ ਬਾਦਲ ਹੋਣੀ ਹੁਣ ਕਰ ਰਹੇ ਹੈ, ਕੀ ਉਹਦੇ ਲਈ ਇੱਕ ਨਵਾਂ ਪਲੇਟਫਾਰਮ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਸਕਦਾ ਹੈ? ਜੀ ਵਲਟੋਹਾ ਜੀ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਸਵਾਲ ਕੀਤਾ ਆ ਇਹਦਾ ਪਿਛੋਕੜ ਦਾ ਇਤਿਹਾਸ ਵੀ ਆਪਣੇ ਸਾਰਿਆਂ ਦੇ ਸਾਹਮਣੇ ਹੈ ਤੇ ਸੱਚਾਈ ਵੀ ਹੈ ਕਿ ਸਮੇਂ ਸਮੇਂ ਤੇ ਬੜੇ ਅਕਾਲੀ ਦਲ ਬਣਦੇ ਰਹੇ, ਜਿਨ੍ਹਾਂ ਦੇ ਵਿੱਚ ਬਰਨਾਲਾ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਜਾਂ ਲੌਂਗੋਵਾਲ ਕਹਿ ਲਓ ਉਹ ਬਣਾਇਆ ਸੀਗਾ। ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਪੰਥਕ ਬਣਾਇਆ ਸੀਗਾ, ਔਰ ਸਰਦਾਰ ਰਵਿੰਦਰ ਸਿੰਘ ਹੋਰਾਂ ਨੇ 1920 ਬਣਾਇਆ ਸੀ। ਸਰਨਾ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਹੈ, ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਸਰਬ ਹਿੰਦ, ਟੌੜਾ ਸਾਹਿਬ ਵਰਗੀ ਕਦਾਵਰ ਸ਼ਕਤੀ, ਏਡੀ ਵੱਡੀ ਸ਼ਖਸੀਅਤ ਜਿਨ੍ਹਾਂ ਨੇ ਵੱਖਰਾ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਸਰਬ ਹਿੰਦ, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ, ਸ਼੍ਰੋਮਣੀ ਅਕਾਲੀ ਦਲ ਟਕਸਾਲੀ। ਤੇ ਹੁਣ ਜੇ ਸ਼੍ਰੋਮਣੀ ਅਕਾਲੀ ਦਲ ਜੇ ਆਪਾਂ ਕਹਿ ਦਈਏ ਕਿ ਢੀਂਡਸਾ ਸਾਹਿਬ ਬਣਾ ਰਹੇ ਨੇ, ਇਸ ਤਰ੍ਹਾਂ ਦੇ ਬੜੇ ਬਣਦੇ ਰਹੇ ਤੇ ਬਣਦੇ ਰਹਿਣਗੇ ਵੀ। ਪਰ ਗੱਲ ਮੁੱਕਦੀ ਜੀ ਇਹ ਹੈ ਕਿ ਲੋਕ ਕਿਸ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ। ਜੇ ਅਸੀਂ 2017 ਚ ਹਰੇ ਹਾਂ ਤੇ ਅਸੀਂ 2007 ਚ ਸਰਕਾਰ ਬਣਾਈ ਤੇ 2012 ਚ ਵੀ ਦੁਬਾਰਾ ਸਾਡੀ ਲੋਕਾਂ ਨੇ ਬਣਾਈ। 2017 ਚ ਹਰਨ ਦੇ ਜਿੱਥੇ ਬਹੁਤ ਸਾਰੇ ਕਾਰਨ ਨੇ, ਉਹਨਾਂ ਦੇ ਵਿੱਚੋਂ ਜਿਹੜੀਆਂ ਬੜੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ,
ਜਿਹਦੇ ਪਿੱਛੇ ਬੜੀ ਵੱਡੀ ਸ਼ਰਾਰਤ ਸੀ, ਸਾਜ਼ਿਸ਼ ਸੀਗੀ, ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ। ਪਰ ਇਹਦੇ ਨਾਲ ਹੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਬੜੇ ਵਾਅਦੇ ਕੀਤੇ ਸੀਗੇ ਕਿ ਕਿਸਾਨੀ ਦਾ ਹਰ ਤਰ੍ਹਾਂ ਦਾ ਕਰਜ਼ਾ ਮਾਫ, ਹਰ ਘਰ 'ਚ ਇੱਕ ਸਰਕਾਰੀ ਨੌਕਰੀ ਪੱਕੀ, 2500 ਬੇਰੁਜ਼ਗਾਰ ਭੱਤਾ, ਪੈਨਸ਼ਨ 2000, 51,000 ਸ਼ਗਨ ਸਕੀਮ, ਆਟਾ ਦਾਲ ਸਕੀਮ ਦੇ ਨਾਲ ਚਾਹ ਪੱਤੀ ਖੰਡ ਘਿਓ, ਉਹਨੇ ਕੋਈ ਵਾਅਦਾ ਛੱਡਿਆ ਹੀ ਨਹੀਂ ਜਿਹੜਾ ਲੋਕਾਂ ਨਾਲ ਨਾ ਕੀਤਾ ਹੋਵੇ। ਤੇ ਵਾਅਦਾ ਹੀ ਨਹੀਂ ਕੀਤਾ, ਲੋਕਾਂ ਕੋਲ ਫਾਰਮ ਭਰਵਾਏ ਜੀ, ਲੋਕਾਂ ਨੇ ਫਾਰਮ ਭਰੇ, ਫਾਰਮ ਜਮਾ ਹੁੰਦੇ ਰਹੇ ਤੇ ਲੋਕਾਂ ਨੂੰ ਬਟੂਆ ਸਾਹਿਬ ਸੌਰੀ ਕਿ ਮੈਂ ਤੁਹਾਨੂੰ ਰੋਕ ਰਿਹਾ। ਬਿਲਕੁਲ ਜਦੋਂ ਅਮਰਿੰਦਰ ਦੀ ਆਪਾਂ ਗੱਲ ਕਰਦੇ ਹਾਂ ਬਿਲਕੁਲ ਸਹੀ ਹੈ, ਉਹਨਾਂ ਨੇ ਵਾਅਦੇ ਕੀਤੇ ਹੈ ਔਰ ਵਾਅਦੇ ਨਹੀਂ ਨਿਭਾਏ ਤਾਂ ਪੰਜਾਬੀ ਉਹਨਾਂ ਮੁੱਦਿਆਂ 'ਤੇ ਵੀ ਅਗਲੇ ਦਿਨਾਂ 'ਚ ਦੇਖਣਗੇ ਸਾਰੇ ਮਾਮਲੇ ਨੂੰ। ਪਰ ਆਪਾਂ ਜਿਸ ਮਾਮਲੇ ਤੇ ਤੁਸੀਂ ਖੁਦ ਵੀ ਚਰਚਾ ਕਰ ਰਹੇ ਹੋ ਉਸ ਮੁੱਦੇ ਤੇ, ਜਿਸ ਮਾਮਲੇ ਦੀ ਗੱਲ ਕਰਦੇ ਹਾਂ ਕਿ ਕਈ ਅਕਾਲੀ ਦਲ ਬਣੇ, ਉਸੇ ਮੁੱਦੇ ਤੇ ਦੇਖੋ ਤੁਸੀਂ ਮੈਂ ਬਟੂਆ ਜੀ ਇੱਕ ਸਵਾਲ ਥੋੜਾ ਜਿਹਾ ਸੰਖੇਪ ਚ ਲੈਣਾ ਚਾਹੁੰਦਾ, ਤੁਸੀਂ ਆਪਣੀ ਗੱਲ ਮੁਕੰਮਲ ਕਰਿਓ। ਤੁਸੀਂ ਗੱਲ ਕੀਤੀ ਹੈ ਟੌੜਾ ਸਾਹਿਬ ਦੀ। ਟੌੜਾ ਸਾਹਿਬ ਜਦੋਂ ਵੱਖ ਹੋਏ ਤਾਂ ਆਪਾਂ ਨੂੰ ਵੀ ਪਤਾ ਹੈ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਜੱਦਾ ਜਿਹੜੀ ਕਿ ਬਾਜੀ ਹਾਰ ਗਿਆ। ਦੂਜੀ ਵੱਡੀ ਗੱਲ ਜਿਹੜੀ ਹੈ, ਜਿਹੜੇ ਸਾਰੇ ਅਕਾਲੀ ਦਲਾਂ ਦੀ ਤੁਸੀਂ ਲਿਸਟ ਗਣਾਈ ਹੈ, ਉਹ ਲੰਬੀ ਚੌੜੀ ਲਿਸਟ ਉਹ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਕੱਦਾਵਰ ਆਗੂ ਸੀ ਜਿਨ੍ਹਾਂ ਨੇ ਲੰਮਾ ਸਮਾਂ ਅੰਦੋਲਨ ਦੇ ਵਿੱਚ ਅਕਾਲੀ ਦਲ ਦੀ ਅਗਵਾਈ ਕੀਤੀ। ਹੁਣ ਅਗਵਾਈ ਹੈ ਸੁਖਬੀਰ ਬਾਦਲ ਹੋਣਾ ਦੇ ਹੱਥ। ਬਦਲੀਆਂ ਹੋਈਆਂ ਪ੍ਰਸਥਿਤੀਆਂ ਹੈਗੀਆਂ, ਸਾਰਾ ਮਾਹੌਲ ਬਦਲਿਆ। ਦੇਖੋ ਜਿਹੜਾ 20 ਸਾਲ ਪਹਿਲਾਂ ਮਾਹੌਲ ਸੀ ਜਾਂ 30 ਸਾਲ ਪਹਿਲਾਂ ਮਾਹੌਲ ਸੀ ਉਹ ਅੱਜ ਨਹੀਂ ਹੈ। ਸੋ ਇਸ ਕਰਕੇ ਆਪਾਂ ਕੰਪੈਰੀਜ਼ਨ ਉਸ ਮਾਹੌਲ 'ਚ ਨਹੀਂ ਕਰ ਸਕਦੇ। ਅੱਜ ਅਕਾਲੀ ਦਲ ਤੀਜੀ ਧਿਰ ਦੇ ਤੌਰ ਤੇ ਖੜਾ, ਜਿਹਦੀ ਤੁਸੀਂ ਖੁਦ ਵੀ ਗੱਲ ਕਰ ਰਹੇ ਹੋ, ਉਹ ਧਿਰ ਦੇ 'ਚ ਮੈਂ ਚੁਣੌਤੀ ਦੀ ਗੱਲ ਕਰ ਰਿਹਾ। ਵਲਟੋਹਾ ਜੀ, ਸਿੱਧੂ ਸਾਹਿਬ, ਮੈਂ ਉਸੇ ਗੱਲ ਤੇ ਆਉਣਾ ਚਾਹੁੰਦਾ ਸੀ। ਸ਼ਾਇਦ ਜੇ ਤੁਸੀਂ ਪੂਰੀ ਕਰ ਦਿੰਦੇ ਤਾਂ ਗੱਲ ਸਾਰੀ ਹੋ ਜਾਂਦੀ। 2017 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਦਾ ਜਿਹੜਾ ਕਾਰਨ ਸੀਗਾ, ਜਿੱਥੇ ਉਹ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਉਹਨਾਂ ਦੇ ਨਾਲ ਜੋ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ, ਲੋਕਾਂ ਵਿੱਚ ਭਰਮ ਭੁਲੇਖੇ ਪੈਦਾ ਕਰ ਦਿੱਤੇ ਸੀ, ਲੋਕਾਂ ਨੂੰ ਗੁੰਮਰਾਹ ਕਰ ਲਿਆ ਸੀ, ਉਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਤੀਜੇ ਨੰਬਰ ਤੇ ਆਇਆ। ਪਰ ਇਹ ਵੀ ਤੇ ਸਵੀਕਾਰ ਕਰੋ ਕਿ 2012 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਥੱਲੇ ਲੜੀਆਂ ਗਈਆਂ ਸੀ, ਉਹਨਾਂ ਦੀ ਪਲੈਨਿੰਗ ਦੀ ਨੀਤੀ ਦੇ ਤਹਿਤ ਲੜੀਆਂ ਗਈਆਂ ਸੀਗੀਆਂ। ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਹੈ ਕਿ ਕਿਸੇ ਸਰਕਾਰ ਨੇ ਦੁਬਾਰਾ ਰਿਪੀਟ ਕੀਤਾ ਹੋਵੇ, ਕਿਸੇ ਪਾਰਟੀ ਨੇ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ ਹੋਵੇ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬਦੌਲਤ ਬਣੀ ਸੀ। ਠੀਕ ਹੈ, ਅਸੀਂ 2017 ਦੀ ਵਿਧਾਨ ਸਭਾ ਚੋਣਾਂ ਹਾਰ ਗਏ, ਪਰ ਅੱਜ ਭੌਂ ਕੇ ਲੋਕੀ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਯਾਦ ਕਰਦੇ ਨੇ, ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਨ ਲੱਗੇ ਨੇ, ਇਸੇ ਕਰਕੇ ਕਰਨ ਲੱਗੇ ਨੇ ਕਿ ਲੋਕੀ ਕਹਿੰਦੇ ਕਿ ਸਾਡੇ ਕੋਲ ਧੋਖਾ ਹੋ ਗਿਆ, ਸਾਡੇ ਕੋਲ ਗਲਤੀ ਹੋ ਗਈ, ਜੋ ਨਜ਼ਾਰੇ 10 ਸਾਲ ਅਸੀਂ ਲਏ ਆ, ਜੋ ਸਾਡੇ ਕੰਮ ਹੋਏ ਆ, ਜਿਸ ਤਰ੍ਹਾਂ ਦੀ ਸਾਨੂੰ ਸਹੂਲਤਾਂ ਮਿਲੀਆਂ ਆ, ਤੇ ਇਸ ਕਰਕੇ ਜਿਹੜਾ ਲੋਕੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ। ਬਾਕੀ ਰਹਿ ਗਈ ਢੀਂਡਸਾ ਸਾਹਿਬ ਦੀ ਗੱਲ। ਜੇ ਢੀਂਡਸਾ ਸਾਹਿਬ ਗਏ ਨੇ ਤੇ ਬਰਨਾਲਾ ਪਰਿਵਾਰ ਆਇਆ ਹੈ, ਬੜੀ ਵੱਡੀ ਸ਼ਕਤੀ ਰਹੀ ਹੈ ਬਰਨਾਲਾ ਪਰਿਵਾਰ ਕੋਲੇ, ਔਰ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਬਲਦੇਵ ਸਿੰਘ ਮਾਨ ਵਰਗੇ ਆਏ ਨੇ, ਜਿਨ੍ਹਾਂ ਨੂੰ ਬਿਲਕੁਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਨੁਕਰੇ ਲਾ ਦਿੱਤਾ ਸੀਗਾ, ਔਰ ਉਹਨਾਂ ਨੂੰ ਇਕੱਲਿਆਂ ਨੂੰ ਹੀ ਨਹੀਂ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਬੈਠੇ ਹੋਏ ਸੀ ਉਹਨਾਂ ਨੂੰ ਵਿਸਾਹ ਨਹੀਂ ਸੀ ਲੈ ਕੇ ਸਰਵੇ ਸਰਵਾ ਸੀਗੇ ਜੀ। ਵਲਟੋਹਾ ਸਾਹਿਬ ਬਿਲਕੁਲ ਵਲਟੋਹਾ ਸਾਹਿਬ ਅਕਾਲੀ ਦਲ 'ਚ ਬਿਲਕੁਲ ਉਤਰਾਅ ਚੜਾਅ ਆਉਂਦੇ ਰਹਿੰਦੇ ਆ। ਜਿਸ ਸਰਜੀਤ ਸਿੰਘ ਬਰਨਾਲਾ ਦੀ ਗੱਲ ਕਰਦੇ ਹੋ, ਉਹ ਬਰਨਾਲਾ ਜਿਹੜਾ ਹੈਗਾ 30-35 ਸਾਲ ਪਹਿਲਾਂ ਜਿਹੜਾ ਹੈਗਾ ਅਕਾਲੀ ਦਲ ਲੀਡਰਸ਼ਿਪ ਨੇ ਤਾਂ ਭਜਾਇਆ, ਜਾ ਕੇ ਗਵਰਨਰ ਬਣ ਕੇ ਬੈਠ ਗਿਆ, ਮੁੜ ਕੇ ਉਸ ਨੂੰ ਮੌਕਾ ਨਹੀਂ ਮਿਲਿਆ, ਅਕਾਲੀ ਦਲ ਵੱਲੇ ਸਾਰੀ ਉਮਰ ਉਹ ਮੂੰਹ ਨਹੀਂ ਦੇਖ ਸਕਿਆ, ਇਸੇ ਤਰੀਕੇ ਨਾਲ ਹੀ ਇਸ ਦੁਨੀਆ ਤੋਂ ਚੱਲਿਆ ਗਿਆ। ਹੁਣ ਉਹ ਤਾਂ ਬਾਅਦ 'ਚ ਪਰਿਵਾਰ ਸ਼ਾਮਲ ਹੋਇਆ, ਵੱਖਰੀ ਗੱਲ ਹੈਗੀ ਹੈ। ਮੈਂ ਇਹ ਕਹਿਣਾ ਕਿ ਜਿਹੜੀਆਂ ਪ੍ਰਸਥਿਤੀਆਂ ਬਣੀਆਂ ਵੀਆਂ, ਉਹ ਪ੍ਰਸਥਿਤੀਆਂ ਕਿਉਂ ਇਦਾਂ ਦੀਆਂ ਬਣ ਗਈਆਂ ਜਿਹਦੇ ਕਰਕੇ ਚੁਣੌਤੀ ਬਣ ਰਹੀ ਹੈ। ਹੁਣ ਆਪਾਂ ਬਰਨਾਲਾ ਦੀ ਗੱਲ ਦੇਖੋ ਆਪ ਕਰ ਰਹੇ ਹਾਂ, ਆਪਾਂ ਵੀ ਜਾਣਦੇ ਹਾਂ ਕਿ ਬਰਨਾਲਾ ਸਾਰੀ ਉਮਰ ਮੁੜ ਕੇ ਅਕਾਲੀ ਦਲ 'ਚ ਨਹੀਂ ਆ ਸਕਿਆ। ਜੀ ਵਲਟੋਹਾ ਜੀ। ਸਿੱਧੂ ਸਾਹਿਬ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਭੁਲੇਖਾ ਖਾ ਲਿਆ ਕਿ ਸ਼ਾਇਦ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਤੇ ਆਇਆ ਤੇ ਲੋਕ ਸ਼ਾਇਦ ਅਸੀਂ ਨਵਾਂ ਅਕਾਲੀ ਦਲ ਖੜਾ ਕਰਾਂਗੇ ਜਾਂ ਅਸੀਂ ਇੱਕ ਨਵੀਂ ਲਹਿਰ ਖੜੀ ਕਰਾਂਗੇ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਜਾਂ ਕੱਢ ਰਿਹਾ ਉਹ ਸਾਡੇ ਨਾਲ ਆ ਜਾਏਗਾ। ਬੜਾ ਵੱਡਾ ਭੁਲੇਖਾ ਖਾਦਾ। ਔਰ ਅੱਜ ਬ੍ਰਹਮਪੁਰਾ ਸਾਹਿਬ ਅੰਦਰ ਬਹਿ ਕੇ ਗੱਲਾਂ ਵੀ ਇਹੀ ਕਰਦੇ ਨੇ, ਸਾਡੇ ਕੋਲੇ ਵੀ ਗੱਲਾਂ ਪਹੁੰਚਦੀਆਂ ਨੇ, ਉਹਨਾਂ ਦੇ ਸਾਥੀ ਦੱਸਦੇ ਨੇ ਕਿ ਬ੍ਰਹਮਪੁਰਾ ਸਾਹਿਬ ਕਹਿੰਦੇ ਆ ਕਿ ਏਡਾ ਵੱਡਾ ਭੁਲੇਖਾ ਯਾਰ ਮੈਂ ਕਦੀ ਜ਼ਿੰਦਗੀ 'ਚ ਨਹੀਂ ਸੀ ਖਾਦਾ, ਤੇ ਮੈਨੂੰ ਢੀਂਡਸਾ ਸਾਹਿਬ ਨੇ ਖਵਾਦਾ। ਆਂਦੇ ਵੀ ਸਾਡੇ ਨਾਲ ਤਾਂ ਆਇਆ ਹੀ ਕੋਈ ਨਹੀਂ, ਜਿਹੜੇ ਆਏ ਸੀ ਉਹ ਵੀ ਕੁਝ ਭੱਜ ਗਏ ਤੇ ਬਾਕੀ ਭੱਜਣ ਨੂੰ ਤਿਆਰੀ ਪੱਟੀ ਫਿਰਦੇ ਆ। ਤੇ ਹੁਣ ਢੀਂਡਸਾ ਸਾਹਿਬ ਤੇ ਬ੍ਰਹਮਪੁਰਾ ਸਾਹਿਬ ਜੀ ਨਾਲ ਦੋਵਾਂ ਨੇ ਰਲ ਕੇ ਫੈਸਲਾ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕੱਸੀ ਕੀਤੀ ਸੀ। ਅੱਜ ਆਪਸ ਵਿੱਚ ਜੁੱਤੀ ਹੋਈ ਜਾ ਰਹੇ ਆ, ਇੱਕ ਦੂਜੇ ਦੇ ਵਿਰੁੱਧ ਬਿਆਨ ਦੇਣ ਡਏ ਨੇ, ਇੱਕ ਦੂਜੇ ਦੀ ਕਿਰਦਾਰ ਕਸ਼ੀ ਕਰ ਰਹੇ ਨੇ। ਇਸ ਕਰਕੇ ਜਿਹੜੀਆਂ ਗੱਲਾਂ ਨੇ ਜੀ ਵਲਟੋਹਾ ਜੀ, ਵਲਟੋਹਾ ਸਾਹਿਬ ਤੁਹਾਡੀ ਗੱਲ ਆ ਗਈ, ਬਿਲਕੁਲ ਠੀਕ ਹੈ। ਜਦੋਂ ਆਪਸ ਵਿੱਚ ਜੁੱਤੀ ਹੋਣ ਦੀ ਗੱਲ, ਇਸ ਮੁੱਦੇ ਤੇ ਮੈਂ ਸਵਾਲ ਲਵਾਂਗਾ, ਪਰ ਮੈਂ ਥੋੜਾ ਜਿਹਾ ਇਸ ਮਾਮਲੇ ਦੇ ਉੱਤੇ ਪਹਿਲਾਂ ਸਵਾਲ ਲੈਣਾ ਚਾਹੁੰਦਾ। ਅਮਰਿੰਦਰ ਜੀ ਸਾਡੇ ਨਾਲ ਜੁੜੇ ਹੋਏ ਆ।
ਵਰਿੰਦਰ ਜੀ, ਜੋ ਪ੍ਰਸਥਿਤੀਆਂ ਪੈਦਾ ਹੋਈਆਂ ਇਸ ਵੇਲੇ, ਜਿੱਦਾਂ ਵਲਟੋਆ ਸਾਹਿਬ ਨੇ ਵੀ ਕਿਹਾ ਕਿ ਉਹੀ ਪ੍ਰਸਥਿਤੀਆਂ ਅਕਾਲੀ ਦਲ ਦੀਆਂ ਜਿਹੜੀਆਂ 20 ਸਾਲ ਜਾਂ 30 ਸਾਲ ਪਹਿਲਾਂ ਸੀ, ਜਾਂ ਜਿੱਦਾਂ ਦੀਆਂ ਨਵੀਆਂ ਪ੍ਰਸਥਿਤੀਆਂ ਹੋਈਆਂ, ਵਾਕਿਆ ਇਹਦੇ 'ਚ ਕੋਈ ਚੁਣੌਤੀ ਨਜ਼ਰ ਆ ਰਹੀ ਹੈ ਅਕਾਲੀ ਦਲ ਨੂੰ? ਜੀ ਦੇਖੋ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਵੇਂ ਵਲਟੋਆ ਸਾਹਿਬ ਨੇ ਕਿਹਾ ਕਿ ਬਰਗਾੜੀ ਦੀ ਜਿਹੜੀ ਬੇਅਦਬੀ ਦਾ ਜਿਹੜਾ ਕਾਂਡ ਹੈ ਉਹ ਕੌਂਸਪੀਰੇਸੀ, ਉਹਨਾਂ ਨੇ ਕਿਹਾ ਕਿ ਸਾਜ਼ਿਸ਼ ਸੀਗੀ ਉਹ। ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ 1.5 ਸਾਲ ਤੁਹਾਡੀ ਸਰਕਾਰ ਰਹੀ ਹੈ ਤੇ ਤੁਸੀਂ ਸਾਜ਼ਿਸ਼ ਬੇਨਕਾਬ ਕਿਉਂ ਨਹੀਂ ਕੀਤੀ? 1.5 ਸਾਲ ਤੁਸੀਂ ਪਾਵਰ ਦੇ ਵਿੱਚ ਰਹੇ ਹੋ, ਤੁਹਾਡੇ ਰਾਜ ਭਾਗ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਪੱਤੀ ਕੀਤੀ ਗਈ ਹੈ, ਪੋਸਟਰ ਲਾ ਕੇ ਕੀਤੀ ਗਈ ਹੈ, ਤੇ ਤੁਸੀਂ ਕੁਝ ਵੀ ਨਹੀਂ ਕੀਤਾ। ਜਿਹੜੇ ਤੁਸੀਂ ਮਾੜੀ ਮੋਟੀ ਲਿਪਾ ਪੋਤੀ ਕੀਤੀ, ਜੋਰਾ ਸਿੰਘ ਕਮਿਸ਼ਨ ਮਠਾਇਆ, ਉਹ ਕਿਵੇਂ ਉਹਦੀ ਬੇਕਦਰੀ ਕੀਤੀ, ਉਹ ਸਾਰੀ ਪਬਲਿਕ ਦੇ ਸਾਹਮਣੇ ਹੈ। ਤੇ ਇਹ ਸਭ ਤੋਂ ਵੱਡਾ ਰੀਜ਼ਨ ਜਿਹੜਾ ਹੈਗਾ ਇਹਨਾਂ ਦਾ, ਮਤਲਬ ਬਿਲਕੁਲ ਹਾਸ਼ੀਏ ਤੇ ਪਹੁੰਚਣਾ, ਇਹ ਬਰਗਾੜੀ ਦਾ ਜਿਹੜਾ ਮੁੱਦਾ ਹੈਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੈ, ਇਸ ਕਰਕੇ ਲੋਕਾਂ ਨੇ ਇਹਨਾਂ ਤੋਂ ਮੂੰਹ ਮੋੜਿਆ। ਤੇ ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਬਈ ਇਹਨਾਂ ਨੇ ਕਈ ਅਕਾਲੀ ਦਲਾਂ ਦੀ ਲਿਸਟ ਗਣਾਤੀ ਹੈ, ਤੇ ਮੈਂ ਇਹਨਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਸਰਬ ਹਿੰਦ ਅਕਾਲੀ ਦਲ ਜਿਹੜਾ ਬਣਿਆ ਸੀ, ਟੌੜਾ ਸਾਹਿਬ ਨੇ ਬਣਾਇਆ ਸੀ, ਉਦੋਂ ਉਹਨਾਂ ਦੀ ਟੱਕਰ ਸੀਗੀ ਟੌੜਾ ਸਾਹਿਬ ਵਰਸਸ ਬਾਦਲ ਸਾਹਿਬ, ਤੇ ਉਹਦੇ ਵਿੱਚ ਵੀ ਬਾਦਲ ਸਾਹਿਬ ਦਾ ਪੋਲੀਟੀਕਲ ਨੁਕਸਾਨ ਹੋ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਤੇ ਹੁਣ ਜਿਹੜੀ ਟੱਕਰ ਬਣਨ ਜਾ ਰਹੀ ਹੈ ਉਹ ਢੀਂਡਸਾ ਸਾਹਿਬ ਵਰਸਸ ਸੁਖਬੀਰ ਸਿੰਘ ਬਾਦਲ ਜੀ ਬਣਨ ਜਾ ਰਹੀ ਹੈ, ਤੇ ਕਿੱਥੇ ਪ੍ਰਕਾਸ਼ ਸਿੰਘ ਬਾਦਲ ਤੇ ਕਿੱਥੇ ਸੁਖਬੀਰ ਸਿੰਘ ਬਾਦਲ। ਸੋ ਇਹ ਜਿਹੜਾ ਕਹਿ ਰਿਹਾ ਕਿ ਵੀ ਬ੍ਰਹਮਪੁਰਾ ਨੂੰ ਭੁਲੇਖਾ ਪੈ ਗਿਆ, ਇਹਨੂੰ ਭੁਲੇਖਾ ਪੈ ਗਿਆ, ਅਸਲ ਦਾ ਵਿੱਚ ਸਭ ਤੋਂ ਵੱਡਾ ਭੁਲੇਖਾ ਤਾਂ ਸੁਖਬੀਰ ਬਾਦਲ ਨੂੰ ਪਿਆ ਹੋਇਆ ਕਿ ਮੈਂ ਪਤਾ ਨਹੀਂ ਕੀ ਹੈਗਾ, ਜਦੋਂ ਕਿ ਸੁਖਬੀਰ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਵਿੱਚ ਅਕਾਲੀ ਦਲ ਡਿੱਗਦਾ ਹੀ ਜਾ ਰਿਹਾ ਹੈ। ਇਸ ਨੂੰ ਇਹ ਅੰਡਰਸਟੈਂਡ ਨਹੀਂ ਕਰ ਰਹੇ ਹੈ। ਇਹਦਾ ਮਤਲਬ ਮੇਨ ਰੀਜ਼ਨ ਇਹਦਾ ਸੁਖਬੀਰ ਬਾਦਲ ਦਾ ਜਿਹੜਾ ਭੁਲੇਖਾ ਹੈ ਉਹ ਹੈ, ਜਿਸ ਕਰਕੇ ਪੂਰਾ ਜਿਹੜਾ ਅਕਾਲੀ ਦਲ ਹੈ ਨਮੋਸ਼ੀ ਦੇ ਵਿੱਚ ਹੈ, ਤੇ ਜਿਹੜੇ ਮਤਲਬ ਪੰਥਕ ਧਿਰਾਂ ਉਹ ਵੀ ਨਮੋਸ਼ੀ ਦੇ ਵਿੱਚ ਹੈਗੀਆਂ ਕਿ ਬਈ ਅਸੀਂ ਹੁਣ ਕਰੀਏ ਕੀ। ਅਕਾਲੀ ਦਲ ਦੇ ਵਿੱਚ ਐਸਾ ਲੀਡਰ ਆ ਗਿਆ ਕਿ ਬਈ ਜਿਹੜਾ ਕੰਪੀਟੈਂਟ ਨਹੀਂ ਹੈ ਤੇ ਉਹ ਕੀ ਕਰਨ, ਉਹ ਅਕਾਲੀ ਦਲ ਨੂੰ ਡਿੱਗਦਾ ਵੀ ਨਹੀਂ ਦੇਖਣਾ ਚਾਹੁੰਦੇ। ਅਕਾਲੀ ਦਲ ਦੀ ਬੇਪੱਤੀ ਵੀ ਸਿੱਖ ਜਿਹੜਾ ਹੈਗਾ ਉਹ ਬਰਦਾਸ਼ਤ ਨਹੀਂ ਕਰ ਸਕਦਾ, ਲੇਕਿਨ ਐਸੀ ਲੀਡਰਸ਼ਿਪ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦਾ ਜਿਹੜੀ ਬਰਗਾੜੀ ਦੇ ਉੱਪਰ ਚੁੱਪ ਕਰਕੇ ਸਭ ਕੁਝ ਉਹਨੇ ਲਪੇਟੀ ਗਈ, ਉਹਨੂੰ ਮਤਲਬ ਮੌਨ ਲਿਪਾ ਪੋਤੀ ਕਰੀ ਗਈ। ਸੋ ਇਹ ਜਿਹੜੀਆਂ ਪ੍ਰੋਬਲਮਸ ਹੈਗੀਆਂ, ਇਸ ਨੂੰ ਅਕਾਲੀ ਦਲ ਨੂੰ ਸੋਲਵ ਕਰਨਾ ਪਏਗਾ, ਜੇ ਕਰਕੇ ਉਹਨਾਂ ਨੇ ਅਕਾਲੀ ਦਲ ਦੀ ਰਿਵਾਈਵਲ ਉਹ ਚਾਹੁੰਦੇ ਆ। ਜੇ ਉਹ ਨਹੀਂ ਚਾਹੁੰਦੇ, ਜੇ ਉਹ ਕਹਿਣਗੇ ਵੀ ਸਾਡਾ ਨੇਤਾ ਜਿਵੇਂ ਮੋਦੀ ਕਰੀ ਜਾ ਰਹੇ ਆ ਉਹ, ਤੇ ਸਭ ਕੁਝ ਮੋਦੀ ਭਗਤ ਬਣੇ ਹੋਏ ਆ, ਐਦਾਂ ਹੀ ਇਹ ਭਗਤ ਨਾ ਬਣਨ। ਇਹ ਵੱਡੇ ਪੰਥਕ ਨੇਤਾ ਹੈਗੇ ਆ ਆਪਣਾ ਵਲਟੋਆ ਸਾਹਿਬ, ਇਹ ਹਕੀਕਤ ਦੇ ਉੱਪਰ ਆ ਕੇ ਗੱਲ ਕਰਨ ਕਿ ਅਕਾਲੀ ਦਲ ਨੂੰ ਪ੍ਰੋਬਲਮ ਕੀ ਫੇਸ ਕਰ ਰਿਹਾ ਅਕਾਲੀ ਦਲ, ਜਿਸ ਕਰਕੇ ਅਕਾਲੀ ਦਲ ਜਿਹੜਾ ਹੈਗਾ ਉਹ ਰਿਜ਼ਲਟ ਨਹੀਂ ਦੇ ਪਾ ਰਿਹਾ। ਉਹਦੀ ਜਦ ਤੱਕ ਘੋਖ ਪੜਤਾਲ ਨਹੀਂ ਕਰਨਗੇ, ਸੱਚ ਨੂੰ ਸੱਚ ਨਹੀਂ ਕਹਿਣਗੇ, ਉਦੋਂ ਤੱਕ ਰਿਜ਼ਲਟ ਨਹੀਂ ਆਏਗਾ। ਸੋ ਸੱਚ ਨੂੰ ਸੱਚ ਕਹਿਣਾ ਇਹਨਾਂ ਨੂੰ ਪਏਗਾ, ਤੇ ਇਹਨਾਂ ਨੂੰ ਚਾਹੀਦਾ ਵੀ ਹੈ ਕਿ ਸੱਚ ਨੂੰ ਸੱਚ ਕਹਿਣ, ਤੇ ਜਿਹੜੀਆਂ ਕਮੀਆਂ ਹੈਗੀਆਂ ਉਹਨੂੰ ਐਕਸੈਪਟ ਕਰਨ। ਜੇ ਭੁਲੇਖਾ ਸੁਖਬੀਰ ਬਾਦਲ ਨੂੰ ਹੈ ਤਾਂ ਮੰਨਣ 'ਚ ਕੀ ਦਿੱਕਤ ਹੈ? ਬਈ ਸੁਖਬੀਰ ਬਾਦਲ ਨੂੰ ਭੁਲੇਖਾ, ਵੱਡੇ ਲੀਡਰਾਂ ਦੀ ਬੇਅਦਬੀ ਕਰ ਰਿਹਾ, ਮਤਲਬ ਬੇਇੱਜ਼ਤੀ ਕਰ ਰਿਹਾ, ਜਿਹੜੇ ਕਿ ਉਹਨਾਂ ਦੇ ਫਾਦਰ ਦੇ ਕੰਟੈਂਪਰੇਰੀ ਹੈਗੇ ਆ, ਉਹਨਾਂ ਦੇ ਨਾਲ ਉਹ ਮਤਲਬ ਨਹੀਂ ਕੋਪ ਅਪ ਕਰ ਪਾ ਰਿਹਾ। ਭੁਲੇਖਾ ਤਾਂ ਉਹਨੂੰ ਪਿਆ ਹੋਇਆ ਕਿ ਮੈਂ ਬਹੁਤ ਵੱਡਾ ਲੀਡਰ ਬਣ ਗਿਆ। ਤੇ ਇਹ ਮਤਲਬ ਜਿਹੜੀਆਂ ਪ੍ਰੋਬਲਮਸ ਹੈਗੀਆਂ। ਤੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਪ੍ਰੈਜ਼ੈਂਟ ਜਿਹੜਾ ਮਤਲਬ ਕੰਟੈਸਟ ਹੋਣਾ ਹੈਗਾ, ਉਹਦੇ ਵਿੱਚ ਅਕਾਲੀ ਦਲ, ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ, ਉਹਨਾਂ ਨੂੰ ਜੇ ਅਸੀਂ ਕੰਪੇਅਰ ਕਰੀਏ ਤਾਂ ਸਭ ਤੋਂ ਮਾੜੀ ਹਾਲਤ ਅਕਾਲੀ ਦਲ ਦੀ ਜਥੇਬੰਦੀ ਦੀ ਹੈ, ਜਿਹਦੇ ਵਿੱਚ ਐਡੀ ਵੱਡੀ ਫੁੱਟ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਹਰ ਰੋਜ਼ ਕੋਈ ਨਾ ਕੋਈ ਲੀਡਰ ਜਿਹੜਾ ਉਹ ਛੱਡ ਕੇ ਜਾ ਰਿਹਾ, ਤੇ ਉਹ ਕਹਿ ਰਿਹਾ ਕਿ ਵੀ ਮੈਂ ਕਿਸੇ ਇਹਨਾਂ ਦੇ ਨਾਲ ਨਹੀਂ ਚੱਲ ਸਕਦਾ। ਸੋ ਮਤਲਬ ਜਦੋਂ ਜਥੇਬੰਦੀ ਦੇ ਵਿੱਚ ਐਡਾ ਵੱਡਾ ਕ੍ਰੈਕਸ ਆ ਰਹੇ ਹੋਣ, ਤੇ ਉਹਨੂੰ ਅਸੀਂ ਕਹੀ ਜਾਈਏ ਕਿ ਬਈ ਸਾਡਾ ਲੀਡਰ ਬੜਾ ਕੰਪੀਟੈਂਟ ਹੈ, ਸਾਡਾ ਲੀਡਰ ਇਹ, ਸਾਡਾ ਲੀਡਰ ਉਹ, ਤੇ ਉਹ ਫਿਰ ਨਮੋਸ਼ੀ ਹੀ ਦੇਖਣੀ ਪਏਗੀ, ਤੇ ਇਹਦਾ ਰਿਜ਼ਲਟ ਜਿਹੜਾ ਠੀਕ ਨਹੀਂ ਆਏਗਾ। ਅਮਰਿੰਦਰ ਜੀ ਤੁਹਾਡਾ ਦਾਅਵਾ ਇਹ ਬਿਲਕੁਲ ਠੀਕ ਹੈ, ਪਰ ਜਿਹੜਾ ਜਿੱਥੋਂ ਵਲਟੋਆ ਜੀ ਦਾ ਸਵਾਲ ਆ ਉਹ ਇਹ ਕਹਿ ਰਿਹਾ ਹੈ ਕਿ ਜੇ ਢੀਂਡਸਾ, ਜਿੱਦਾਂ ਤੁਸੀਂ ਕਹਿ ਰਹੇ ਆ, ਟੌੜਾ ਸਾਹਿਬ ਆ, ਉਹਨਾਂ ਨੇ ਦਿੱਲੀ ਅਕਾਲੀ ਦਲ ਦਾ ਨਾਂ ਗਣਾਇਆ, ਇਸ ਤੋਂ ਪਹਿਲਾਂ ਨਾਂ ਗਣਾਇਆ, ਉਹ ਕਹਿੰਦਾ ਕਿ ਲੋਕਾਂ ਨੂੰ ਜਿਹੜੇ ਭਰੋਸਾ ਹੈਗਾ ਉਹ ਸੁਖਬੀਰ ਸਿੰਘ ਬਾਦਲ ਵਾਲੇ ਅਗਵਾਈ ਵਾਲੇ ਅਕਾਲੀ ਦਲ ਤੇ ਹੀ ਹੈ। ਕੈਪਟਨ ਅਮਰਿੰਦਰ ਦੇ ਜਿਹੜੇ ਝੂਠੇ ਲਾਰੇ ਤੇ ਵਾਅਦਿਆਂ ਕਰਕੇ ਅਕਾਲੀ ਦਲ ਹਾਰਿਆ, ਨਾ ਕਿ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਜਾਂ ਗੋਲੀ ਕਾਂਡ ਕਰਕੇ ਅਕਾਲੀ ਦਲ ਹਾਰਿਆ। ਦੇਖੋ ਸਿੱਧੂ ਸਾਹਿਬ, ਕੋਈ ਕਾਰਨ ਹੈ, ਮੈਂ ਤਾਂ ਕਿਹਾ ਸਿੱਧੂ ਸਾਹਿਬ ਤੁਸੀਂ ਗੱਲ ਨਾ ਬਦਲੋ। ਮੈਂ ਤਾਂ ਕਿਹਾ ਪਹਿਲਾਂ ਸਵੀਕਾਰ ਕੀਤਾ ਵੀ ਉਹ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ, ਭਾਵੇਂ ਉਹ ਸਾਜ਼ਿਸ਼ ਕਰਕੇ ਹੋਈਆਂ ਨੇ, ਸ਼ਰਾਰਤ ਕਰਕੇ ਹੋਈਆਂ ਨੇ, ਕਿਸੇ ਗਿਣੀ ਮਿਥੀ ਚਾਲ ਕਰਕੇ ਹੋਈਆਂ ਨੇ, ਜਿਹਦਾ ਨੁਕਸਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਝੱਲਣਾ ਪਿਆ ਹੈ। ਠੀਕ ਹੈ, ਤੁਸੀਂ ਦਰੁਸਤ ਕੀਤਾ ਜਿਹੜਾ ਜੀ ਤੁਸੀਂ ਦਰੁਸਤ ਕਰਤਾ ਜੀ। ਅਮਰਿੰਦਰ ਜੀ ਦੇਖੋ ਸਿੱਧੂ ਸਾਹਿਬ, ਪੋਲਿਟਿਕਸ ਦੇ ਵਿੱਚ ਜਿੱਤ ਹਾਰ ਹੁੰਦੀ ਰਹਿੰਦੀ ਹੈ, ਲੇਕਿਨ ਇੱਕ ਰੂਲਿੰਗ ਪਾਰਟੀ ਜਿਹੜੀ ਹੈ ਉਹ ਤੀਸਰੇ ਨੰਬਰ ਤੇ ਚਲੀ ਜਾਵੇ, ਉਹ ਆਪੋਜੀਸ਼ਨ ਦੀ ਕੁਰਸੀ ਤੱਕ ਵੀ ਨਾ ਪਹੁੰਚ ਸਕੇ, ਇਹ ਇੱਕ ਵੱਡਾ ਮਤਲਬ ਕੁਐਸਚਨ ਮਾਰਕ ਉਹਦੇ ਕਾਰਜਕਾਰਨੀ ਤੇ ਲਾ ਦਿੰਦਾ। ਤੇ ਇਸ ਨੂੰ ਇਹਨਾਂ ਨੂੰ ਭੋਗ ਕਰਨਾ ਪਏਗਾ ਕਿ ਅਸੀਂ ਮੰਨ ਲਿਆ ਕਿ ਵੀ ਠੀਕ ਹੈ, ਲੋਕੀ
ਐਂਟੀ ਇਨਕੰਬੈਂਸੀ ਸੀ ਤੇ ਲੋਕਾਂ ਨੇ ਕਾਂਗਰਸ ਨੂੰ ਚੁਣ ਲਿਆ, ਲੇਕਿਨ ਉਹਨਾਂ ਨੇ ਆਪੋਜੀਸ਼ਨ ਦੇ ਵਿੱਚ ਵੀ ਆਮ ਆਦਮੀ ਨੂੰ ਚੁਣ ਲਿਆ, ਇਹਨਾਂ ਨੂੰ ਤੀਜੇ ਨੰਬਰ ਤੇ ਪਹੁੰਚਾਤਾ। ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਮਤਲਬ ਟੁੱਟ ਭੱਜ ਸ਼ੁਰੂ ਹੋਈ, ਤੇ ਅੱਜ ਤਾਂ ਟੁੱਟ ਭੱਜ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਬਈ ਹੁਣ ਸਮਝ ਨਹੀਂ ਲੱਗਦੀ ਕਿ ਬਈ ਅਕਾਲੀ ਦਲ ਇਲੈਕਸ਼ਨ ਕੰਟੈਸਟ ਕਰਨ ਦੀ ਪੋਜੀਸ਼ਨ 'ਚ ਵੀ ਰਹੇਗਾ ਕਿ ਨਹੀਂ, ਕਿ ਬੀਜੇਪੀ ਵੀ ਸੋਚ ਰਹੀ ਹੈ ਕਿ ਅਸੀਂ ਇਹਨਾਂ ਦੇ ਨਾਲ ਹੁਣ ਆਪਣਾ ਅਲਾਇੰਸ ਚਲਾਣਾ ਹੈ ਕਿ ਨਹੀਂ ਚਲਾਣਾ। ਬੀਜੇਪੀ ਇਹ ਸੋਚਣ ਲੱਗ ਗਈ ਹੈ ਕਿ ਅਸੀਂ ਅਕਾਲੀਆਂ ਦੇ ਨਾਲ ਆਪਣਾ ਅਲਾਇੰਸ ਚਲਾਣਾ ਕਿ ਨਹੀਂ ਚਲਾਣਾ। ਜੀ ਜੀ, ਇਸ ਮੁੱਦੇ ਤੇ ਵੀ ਆਪਾਂ ਸਵਾਲ ਲਵਾਂਗੇ। ਆਪਣੇ ਨਾਲ ਕਾਫੀ ਦੇਰ ਦੇ ਸੰਧੂ ਸਾਹਿਬ ਇੰਤਜ਼ਾਰ ਕਰ ਰਹੇ ਹੈ। ਸੰਧੂ ਸਾਹਿਬ, ਜਿਸ ਮਾਮਲੇ ਤੇ ਵਲਟੋਹਾ ਜੀ ਨੇ ਗੱਲ ਕੀਤੀ ਹੈ, ਅਮਰਿੰਦਰ ਜੀ ਨੇ ਗੱਲ ਕੀਤੀ ਹੈ, ਖਾਸ ਤੌਰ ਤੇ ਵਲਟੋਹਾ ਜੀ ਦਾ ਕਹਿਣਾ ਜਿਹੜੀਆਂ ਮੌਜੂਦਾ ਪ੍ਰਸਥਿਤੀਆਂ ਹੈ ਇੱਦਾਂ ਦਾ, ਚਾਹੇ ਢੀਂਡਸਾ ਦਾ ਅਕਾਲੀ ਦਲ ਹੈ, ਪਹਿਲਾਂ ਵੀ ਇੱਦਾਂ ਦੇ ਕਈ ਅਕਾਲੀ ਦਲ ਦੇਖੇ ਗਏ ਹੈ, ਕੋਈ ਵੱਡੀ ਚੁਣੌਤੀ ਜਿਹੜਾ ਹੈਗਾ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਨਹੀਂ ਬਣ ਸਕਦਾ। ਪਿਛਲੀਆਂ ਇਲੈਕਸ਼ਨਾਂ 'ਚ ਵੀ ਜੇ ਅਕਾਲੀ ਦਲ ਹਾਰਿਆ ਤਾਂ ਉਹਦੀਆਂ ਵਜ੍ਹਾ ਹੈਗੀਆਂ ਕਿ ਬੇਈਮਾਨੀ ਨਾਲ ਕੁਝ ਗੱਲਾਂ ਅਕਾਲੀ ਦਲ ਦੇ ਸਿਰ ਤੇ ਥੋਪੀਆਂ ਗਈਆਂ ਤੇ ਕੈਪਟਨ ਅਮਰਿੰਦਰ ਉਹਨਾਂ ਨੇ ਝੂਠੇ ਵਾਅਦੇ ਕੀਤੇ, ਇਸ ਕਰਕੇ ਹਾਰਿਆ, ਨਾ ਕਿ ਕਹਿੰਦੇ ਇੱਦਾਂ ਦੇ ਜਿਹੜੇ ਕਿ ਕੋਈ ਅਕਾਲੀ ਦਲ ਵਿਰੋਧ 'ਚ ਜਾ ਕੇ ਖੜੇ ਹੋ ਗਏ ਹੈ, ਉਹ ਚੁਣੌਤੀ ਬਣ ਸਕਦੀ ਹੈ। ਕੀ ਰਾਏ ਹੈ ਤੁਹਾਡੀ? ਸਿੱਧੂ ਸਾਹਿਬ, ਜਿਹੜੀ ਇਲੈਕਟੋਰਲ ਪੋਲਿਟਿਕਸ ਹੈ ਉਹਨੇ ਅਕਾਲੀ ਦਲ ਨੂੰ ਸਿਧਾਂਤਕ ਤੌਰ ਤੇ ਬੜਾ ਖੋਰਾ ਲਾਇਆ, ਤੇ ਅੱਜ ਵੀ ਹੁਣ ਵਲਟੋਹਾ ਸਾਹਿਬ ਨੇ ਬੜੇ ਸਤਿਕਾਰਯੋਗ ਹੈ ਤੇ ਬੜੀ ਇਹਨਾਂ ਨੇ ਫਰਾਖ ਦਿਲੀ ਨਾਲ ਇੱਕ ਗੱਲ, ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਅਕਾਲੀ ਦਲ ਦੀ ਹਾਰ ਦਾ ਕਾਰਨ ਹੈ ਉਹ ਇਹ ਦੱਸਿਆ ਕਿ ਬੇਅਦਬੀ ਵਾਲੀਆਂ ਜਿਹੜੀਆਂ ਘਟਨਾਵਾਂ ਹੋਈਆਂ ਉਹਦਾ ਜਿਹੜਾ ਅਸਰ ਅਕਾਲੀ ਦਲ ਤੇ ਪਿਆ, ਇਹ ਇਹਨਾਂ ਨੇ ਬਿਲਕੁਲ ਸਹੀ ਕਿਹਾ। ਤੇ ਜਦੋਂ ਇਹਨਾਂ ਨੇ ਆਪਦੀ ਹਾਰ ਦੇ ਕਾਰਨਾਂ 'ਚ ਸਭ ਤੋਂ ਪਹਿਲਾਂ ਬਣਾਇਆ ਤਾਂ ਉਸ ਕਾਰਨ ਦੀ ਮਹੱਤਤਾ ਨੂੰ ਇਹ ਵੀ ਇਹਦਾ ਮਤਲਬ ਕਬੂਲ ਕਰਦੇ ਆ। ਲੇਕਿਨ ਸਵਾਲ ਇਸ ਗੱਲ ਦਾ ਹੈਗਾ ਕਿ 2 ਸਾਲ ਇਹਨਾਂ ਦੀ ਜਦੋਂ ਗਵਰਨਮੈਂਟ ਰਹੀ ਹੈ, ਉਸ ਤੋਂ ਬਾਅਦ 2 ਸਾਲਾਂ ਦੇ ਵਿੱਚ ਇਹਨਾਂ ਨੇ ਕਿਤੇ ਵੀ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਣ ਤੇ ਅਕਾਲੀ ਦਲ ਉਸ ਦੇ ਬਾਰੇ ਡੜ ਵੱਟ ਜੇ। ਈਵਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ੀਆਂ ਨੂੰ ਫੜਨ ਦਾ, ਸਾਜ਼ਿਸ਼ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ ਸੀ ਤੇ ISI ਦਾ ਨਾਮ ਲਿਆ ਸੀ ਇਹਨਾਂ ਘਟਨਾਵਾਂ ਦੇ ਪਿੱਛੇ, ਤੇ ਗੁਰਦੁਆਰਾ ਨਾਢਾ ਸਾਹਿਬ ਜਾ ਕੇ ਜਿਹੜੀ ਹੈ ਧੰਨਵਾਦ ਦੀ ਅਰਦਾਸ ਵੀ ਕੀਤੀ ਸੀ ਵੀ ਅਸੀਂ ਦੋਸ਼ੀ ਫੜਨ ਦੇ ਵਿੱਚ ਕਾਮਯਾਬ ਹੋਏ ਆ। ਜਦੋਂ ਕਿ ਉਸੇ ਵੇਲੇ ਜਿਹੜਾ ਪਬਲਿਕ ਕਮਿਸ਼ਨ ਬਣਿਆ ਸੀ, ਜਸਟਿਸ ਕਾਟਜੂ ਵੀ ਇੱਥੇ ਆਏ ਸੀ, ਉਸ ਵੇਲੇ ਜਿਹੜਾ ਲੋਕਾਂ ਦੀ ਤੇ ਜਿਹੜਾ ਉਸ ਪਬਲਿਕ ਕਮਿਸ਼ਨ ਦੀ ਰਾਏ ਸੀਗੀ ਕਿ ਇਹ ਜਿਹੜੀਆਂ ਬੇਅਦਬੀ ਵਾਲੀਆਂ ਘਟਨਾਵਾਂ ਇਹਨਾਂ ਦੀ ਪੈੜ ਹੈ ਉਹ ਡੇਰਾ ਸੱਚਾ ਸੌਦਾ ਸਰਸਾ ਵਾਲੇ ਪਾਸੇ ਨੂੰ ਜਾ ਰਹੀ ਹੈ। ਤੇ ਲੇਕਿਨ ਕਨਸਪੀਰੇਸੀ ਚਲੋ ਹੋ ਸਕਦਾ ਕਿਸੇ ਨੇ ਕੀਤੀ ਹੋਵੇ, ਲੇਕਿਨ ਇਸ ਗੱਲ ਦਾ ਜਵਾਬ ਇਹਨਾਂ ਨੂੰ ਦੇਣਾ ਪਊਗਾ ਕਿ ਅਕਾਲੀ ਦਲ ਨੇ ਉਸ ਜਾਂਚ ਨੂੰ ਭਟਕਾਉਣ ਦੀ ਕਨਸਪੀਰੇਸੀ ਕਿਉਂ ਕੀਤੀ। ਇਸੇ ਕਰਕੇ ਹੀ ਡੇਰਾ ਸੱਚਾ ਸੌਦਾ ਨੂੰ ਬਚਾਉਂਦੇ ਅਕਾਲੀ ਦਲ ਨੇ ਜਿਹੜੀ ਆਪਦੀ ਸਰਕਾਰ ਗਵਾ ਲਈ। ਸਰਕਾਰਾਂ ਚਲੋ ਆਉਂਦੀਆਂ ਜਾਂਦੀਆਂ ਰਹਿੰਦੀਆਂ, ਵਲਟੋਹਾ ਸਾਹਿਬ ਨੇ ਕਿਹਾ ਸਾਡੀ ਦੂਰੀ ਸਰਕਾਰ ਬਣ ਗਈ ਸੀ, ਹੋ ਸਕਦਾ ਤੀਹਰੀ ਸਰਕਾਰ ਨਾ ਵੀ ਬਣਦੀ, ਲੇਕਿਨ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆ, ਅਕਾਲੀ ਦਲ ਨੇ ਆਪਦਾ ਵਕਾਰ ਗਵਾ ਲਿਆ। ਅਕਾਲੀ ਦਲ ਨੇ ਆਪਦੀ ਜਿਹੜੀ ਵਿਸ਼ਵਸਨੀयता ਸੀਗੀ ਪੰਥ ਦੇ ਵਿੱਚ ਉਹ ਗਵਾ ਲਈ। ਜਿਹੜਾ ਰੀੜ ਦੀ ਹੱਡੀ ਸੀ ਅਕਾਲੀ ਦਲ ਦੀ, ਪੰਥਕ ਜਿਹੜਾ ਕਾਡਰ ਸੀਗਾ, ਉਹਦੇ ਮਨ ਦੇ ਵਿੱਚ ਇਹ ਗੱਲ ਬੈਠ ਗਈ ਕਿ ਅਕਾਲੀ ਦਲ ਹੁਣ ਪੰਥ ਵਿਰੋਧੀ ਜਿਹੜੀਆਂ ਧਿਰਾਂ ਹੈਗੀਆਂ ਉਹਨਾਂ ਦੇ ਨਾਲ ਗਲਵੱਕੜੀਆਂ ਪਾ ਕੇ ਚੱਲ ਰਿਹਾ। ਗੱਲ ਅੱਜ ਵੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹ ਇਸ ਨਜ਼ਰੀਏ ਤੋਂ ਕੀਤੀ ਜਾ ਰਹੀ ਹੈ ਕਿ ਅਕਾਲੀ ਦਲ ਦੀਆਂ ਸੀਟਾਂ ਵੱਧ ਸਕਦੀਆਂ ਕਿ ਨਹੀਂ ਵੱਧ ਸਕਦੀਆਂ। ਇਹਨਾਂ ਦਾ ਮਤਲਬ ਇਹੀ ਹੈ ਕਿ ਲੋਕ ਕਿਹਨੂੰ ਚਾਹੁਣਗੇ। ਜਦੋਂ ਤੱਕ ਅਕਾਲੀ ਇਹ ਨਹੀਂ ਸਮਝਦੇ ਕਿ ਅਕਾਲੀ ਦਲ ਦੇ ਨੁਕਸਾਨ ਦਾ ਕਾਰਨ ਹੀ ਇਹ ਹੈ ਕਿ ਤੁਸੀਂ ਪਪੂਲਰ ਵੋਟ ਦੀ ਇੱਕ ਵਾਰੀ ਸ਼ਾਰਟ ਟਰਮ ਸੋਚ ਰਹੇ ਹੋ ਕਿ ਸਾਨੂੰ ਵੋਟ ਵੱਧ ਮਿਲ ਰਹੀ ਹੈ ਕਿ ਨਹੀਂ। ਜਦੋਂ ਤੁਸੀਂ ਆਪਦੀ ਇਸ ਵੋਟ ਰਾਜਨੀਤੀ ਪਿੱਛੇ ਆਪਦੀ ਜਿਹੜੀ ਰੀੜ ਦੀ ਹੱਡੀ ਤੋੜ ਲਈ ਤੇ ਉਸ ਤੋਂ ਬਾਅਦ ਜੇ ਇਸੇ ਕਰਕੇ ਹੁਣ ਬੀਜੇਪੀ ਵੀ ਅੱਖਾਂ ਦਿਖਾ ਰਹੀ ਹੈ। ਬੀਜੇਪੀ ਇਸੇ ਕਰਕੇ ਅੱਖਾਂ ਦਿਖਾ ਰਹੀ ਹੈ ਕਿਉਂਕਿ ਬੀਜੇਪੀ ਨੂੰ ਪਤਾ ਲੱਗ ਗਿਆ ਕਿ ਜਿਹੜੀ ਪੰਥ ਦੀ ਵੋਟ ਸੀ, ਪੰਥਕ ਤਾਕਤ ਸੀਗੀ ਅਕਾਲੀ ਦਲ ਨਾਲੋਂ, ਉਹ ਜਿਹੜੀ ਖਤਮ ਹੋ ਗਈ। ਜਦੋਂ ਬੰਦਾ ਆਪਦੇ ਘਰੋਂ ਕਮਜ਼ੋਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਆਟਾ ਦਾਲ ਦੀ ਰਾਜਨੀਤੀ ਜਾਂ ਫ੍ਰੀ ਬਾਈ ਦੀ ਰਾਜਨੀਤੀ ਹੈ ਨਾ ਜਿਹੜੀ, ਇਹ ਕੋਈ ਪਰਮਾਨੈਂਟ ਰਾਜਨੀਤੀ ਨਹੀਂ ਹੁੰਦੀ। ਇਹ ਕਿਸੇ ਇੱਕ ਇਲੈਕਸ਼ਨ 'ਚ, ਕਿਸੇ 2 ਇਲੈਕਸ਼ਨ 'ਚ ਚੱਲ ਜਾਂਦੀ ਆ। ਹੁਣ ਤੁਸੀਂ ਕਹਿੰਦੇ ਹੋ ਅਸੀਂ ਆਟਾ ਦਾਲ ਦਿੰਦੇ, ਕਾਂਗਰਸ ਕਹਿੰਦੀ ਅਸੀਂ ਵੱਧ ਦੇ ਦਿਆਂਗੇ, ਆਮ ਆਦਮੀ ਵਾਲੇ ਪਾਰਟੀ ਵਾਲੇ ਆ ਕੇ ਕਹਿੰਦੇ ਅਸੀਂ ਉਦੋਂ ਵੀ ਵੱਧ ਦੇ ਦਿਆਂਗੇ, ਸ਼ਗਨ ਸਕੀਮ ਆਮ ਆਦਮੀ ਵਾਲੇ ਕਹਿੰਦੇ ਅਸੀਂ 51,000 ਦੇ ਦਿਆਂਗੇ। ਇਹ ਤਾਂ ਇੱਕ ਕੰਪੀਟੀਸ਼ਨ ਹੋ ਗਿਆ। ਜਿਹੜੀ ਤੁਹਾਡੇ ਕੋਲੇ ਇੱਕ ਪ੍ਰਿਵਿਲੇਜ ਸੀਗਾ, ਜਿਹੜੀ ਇੱਕ ਸਾਈਡ ਤੇ ਵੋਟ ਬੈਂਕ ਪੱਕਾ ਪਿਆ ਸੀਗਾ ਅਕਾਲੀ ਦਲ ਕੋਲੇ, ਜਿਹੜਾ ਕਿਸੇ ਵੀ ਹਾਲਤ ਦੇ ਵਿੱਚ ਟੁੱਟਦਾ ਹੀ ਨਹੀਂ ਸੀਗਾ, ਉਹ ਅਕਾਲੀ ਦਲ ਨੇ ਆਪਦਾ ਖਰਾਬ ਕਰ ਲਿਆ। ਤਾਂ ਇਹ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪੋਲੀਟੀਕਲ ਜਿਹੜੀ ਫੇਲੀਅਰ ਹੈਗਾ,
ਇਹਨਾਂ ਨੇ ਆਪਦੀ ਸਹੀ ਮੈਨੇ ਚ ਆਪਦੀ ਤਾਕਤ ਖਤਮ ਕਰ ਲਈ। ਅੱਜ ਬੀਜੇਪੀ ਵੀ ਅੱਖਾਂ ਦਿਖਾ ਰਹੀ ਹੈ। ਸੈਕੰਡ ਗੱਲ, ਹੁਣ ਜੇ ਆਪਾਂ ਗੱਲ ਕਰੀਏ ਸੀਟਾਂ ਵਾਲੀ ਰਾਜਨੀਤੀ ਨਾਲ, ਉਸ ਹਿਸਾਬ ਨਾਲ ਜਿਵੇਂ ਅਮਰਿੰਦਰ ਸਿੰਘ ਜੀ ਨੇ ਵੀ ਦੱਸਿਆ ਹੈਗਾ ਕਿ ਟੌੜਾ ਸਾਹਿਬ ਨੇ ਜਿਹੜਾ ਸਰਬਹਿੰਦ ਅਕਾਲੀ ਦਲ ਬਣਾਇਆ ਸੀ, ਉਹ 2002 ਦੇ ਵਿੱਚ ਅਕਾਲੀ ਦਲ ਦੀ ਹਾਰ ਦਾ ਕਾਰਨ ਬਣ ਗਿਆ ਸੀ। ਭਾਵੇਂ ਉਹਨਾਂ ਨੂੰ 5% ਵੋਟ ਪਈ ਸੀ, ਲੇਕਿਨ ਉਹ 5% ਡਿਸਾਈਡਿੰਗ ਵੋਟ ਸੀ ਤੇ ਉਹ ਵੋਟ ਅਕਾਲੀ ਦਲ ਤੋਂ ਪਾਸੇ ਹੋਈ ਸੀ, ਜਿਹੜੀ ਪਰਮਾਨੈਂਟ ਅਕਾਲੀ ਦਲ ਦੀ ਵੋਟ ਸੀ, ਜਿਹੜੀ ਕਿਸੇ ਵੀ ਹਾਲਤ ਦੇ ਵਿੱਚ ਕਾਂਗਰਸ ਨੂੰ ਪੈ ਹੀ ਨਹੀਂ ਸਕਦੀ ਸੀ, ਉਹ ਵੋਟ ਪਾਸੇ ਹੋਈ ਸੀਗੀ। ਤਾਂ ਨਹੀਂ ਤਾਂ ਅਕਾਲੀ ਦਲ ਦੀ ਸਰਕਾਰ ਤਾਂ ਦੂਜੀ ਸ਼ਾਇਦ 2002 ਦੇ ਵਿੱਚ ਵੀ ਰਿਪੀਟ ਕਰ ਜਾਂਦੀ। ਉਸ ਵੇਲੇ ਵੀ ਕਾਰਨ ਕੀ ਸੀ? ਅਕਾਲੀ ਦਲ ਪੰਥਕ ਰਵਾਇਤਾਂ ਤੋਂ ਪਾਸੇ ਹਟਣ ਦੀ ਕੋਸ਼ਿਸ਼ ਕਰ ਰਿਹਾ ਸੀ। ਟੌੜਾ ਸਾਹਿਬ ਨਾਲ ਵੀ ਲੜਾਈ ਇਹੀ ਹੋਈ ਨਾ, ਮੇਨ ਮੁੱਦਾ ਇਹੀ ਸੀਗਾ ਕਿ ਪੰਥ ਦੇ ਉੱਤੇ, ਪੰਥ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਰਾਜਨੀਤੀ ਵੱਲੋਂ। ਠੀਕ ਹੈ, ਜਿਹੜਾ ਸਿੱਖਾਂ ਦਾ ਸਿਧਾਂਤ ਹੈਗਾ ਮੀਰੀ ਪੀਰੀ ਦਾ, ਲੇਕਿਨ ਇਹਦੇ ਵਿੱਚ ਜਿਹੜੀ ਪੀਰੀ ਹੈ ਉਹਦਾ ਮੀਰੀ ਦੇ ਉੱਤੇ ਕੁੰਡਾ ਰਿਹਾ, ਤੇ ਉਸ ਵੇਲੇ ਵੀ 2002 ਦੇ ਵਿੱਚ ਵੀ ਮੀਰੀ ਦਾ ਕੁੰਡਾ ਪੀਰੀ ਦੇ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਸੇ ਚੱਕਰ ਦੇ ਵਿੱਚ ਇਹਨਾਂ ਦੀ ਦੂਰੀ ਸਰਕਾਰ ਬਣਨ ਉਦੋਂ ਰੁਕੀ। ਸੰਧੂ ਸਾਹਿਬ ਜਿਹੜੀ 2017 ਦੇ ਵਿੱਚ ਵੀ ਜੀ ਸੰਧੂ ਸਾਹਿਬ, ਮੈਂ ਬ੍ਰੇਕ ਤੇ ਜਾਣਾ ਹੈ ਜੀ। ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਢੀਂਡਸਾ ਦੇ ਮੁੱਦੇ ਤੇ ਜ਼ਰੂਰ ਸਵਾਲ ਲੈਣਾ ਚਾਹਾਂਗਾ। ਤੁਸੀਂ ਟੌੜਾ ਸਾਹਿਬ ਦੀ ਗੱਲ ਕੀਤੀ ਹੈ, ਹੁਣ ਟਕਰਾਅ ਦੇ ਵਿੱਚ ਢੀਂਡਸਾ ਸਾਹਿਬ ਉੱਭਰ ਕੇ ਸਾਹਮਣੇ ਆ ਰਹੇ ਹੈ। ਵਲਟੋਹਾ ਜੀ ਦਾ ਕਹਿਣਾ ਹੈ ਕਿ ਕੋਈ ਇਹੋ ਜਿਹੀ ਕੋਈ ਚੁਣੌਤੀ ਵਾਲੀ ਗੱਲ ਨਹੀਂ, ਇੱਦਾਂ ਵੀ ਲੀਡਰ ਪਹਿਲਾਂ ਆਉਂਦੇ ਰਹੇ ਹੈ। ਨਹੀਂ, ਮੈਂ ਉਹੀ ਗੱਲ ਕਹਿ ਰਿਹਾ ਨਾ ਜੀ, ਜੇ ਤਾਂ ਇਹ ਸਿਧਾਂਤਿਕ ਤੌਰ ਤੇ ਗੱਲ ਕਰਨ ਤਾਂ ਸਿਧਾਂਤਿਕ ਤੌਰ ਤੇ ਤਾਂ ਫੇਲ ਹੀ ਹੋ ਚੁੱਕੇ ਆ। ਜੇ ਗੱਲ ਕਰਦੇ ਵੋਟ ਰਾਜਨੀਤੀ ਦੀ, ਕਿਉਂਕਿ ਅਕਾਲੀ ਦਲ ਹੁਣ ਸਿਧਾਂਤ ਦੀ ਤਾਂ ਗੱਲ ਕਰਨੋਂ ਹੀ ਹਟ ਗਿਆ, ਇਹ ਵੋਟ ਰਾਜਨੀਤੀ ਦੀ ਗੱਲ ਕਰ ਰਹੇ, ਤਾਂ ਵੋਟ ਰਾਜਨੀਤੀ ਦੇ ਵਿੱਚ ਜਿਹੜੀ ਵੋਟ ਵੀ ਢੀਂਡਸਾ ਸਾਹਿਬ ਲੈ ਕੇ ਜਾਣਗੇ, ਉਹ ਵੋਟ ਪਿਓਰ ਅਕਾਲੀ ਵੋਟ ਹੋਊਗੀ। ਜਿਹੜੀ 2017 ਦੇ ਵਿੱਚ ਵੀ ਅਕਾਲੀ ਦਲ ਨੂੰ ਪਈ ਸੀ, ਉਹ ਵੋਟ ਜਾਣੀ ਆ। ਜਿਹੜੀ ਇਹ ਦੂਸਰੀ ਗੱਲ ਕਹਿ ਰਹੇ ਆ ਕਿ ਅਕਾਲੀ ਦਲ ਬਰਨਾਲਾ ਸਾਹਿਬ ਦੇ ਜਿਹੜੇ ਧੜੇ ਦੀ ਉਹ ਇਹਨਾਂ ਦੇ ਵਿੱਚ ਸ਼ਾਮਲ ਹੋ ਗਿਆ ਹੈ, ਉਹ ਠੀਕ ਹੈ, ਨੋ ਡਾਊਟ ਸ਼ਾਮਲ ਹੋ। ਦੇਖੋ, ਇਹਦੀ ਜਿਹੜੀ ਜੂਰਿਸਡਿਕਸ਼ਨ ਹੈਗਾ, ਜਿਹੜਾ ਪ੍ਰਭਾਵ ਖੇਤਰ ਹੈਗਾ, ਉਹ ਸਿਰਫ ਤੇ ਸਿਰਫ ਸੰਗਰੂਰ ਤੇ ਬਰਨਾਲਾ ਡਿਸਟ੍ਰਿਕਟ ਹੈ। ਜਦੋਂ ਕਿ ਜਿਹੜੇ ਪਾਸੇ ਭਾਵੇਂ ਅਕਾਲੀ ਦਲ ਪੰਥਕ ਹੋਵੇ ਆਪਣਾ ਬ੍ਰਹਮਪੁਰਾ ਸਾਹਿਬ ਦਾ, ਉਹਨਾਂ ਨੇ ਫਾਜ਼ਿਲਕਾ ਤੇ ਏਰੀਏ ਦੇ ਵਿੱਚ ਵੀ ਇਹਨਾਂ ਦੀਆਂ ਵੋਟਾਂ ਦੇ, ਇਹਨਾਂ ਦੇ ਮਤਲਬ ਕਾਡਰ ਦੇ ਵਿੱਚ ਪਾੜ ਪਾਤਾ ਹੈ। ਇਸੇ ਤਰ੍ਹਾਂ ਢੀਂਡਸਾ ਸਾਹਿਬ ਦਾ ਜਿਹੜਾ ਅਸਰ ਹੋਣਾ ਹੈ ਨਾ ਜੀ, ਕੱਲਾ ਢੀਂਡਸਾ ਸਾਹਿਬ ਦੇ ਪ੍ਰਭਾਵ ਦੀ ਵੀ ਗੱਲ ਨਹੀਂ। ਜਿਹੜੇ ਲੋਕ ਅਕਾਲੀ ਦਲ ਨੂੰ ਤਾਂ ਚਾਹੁੰਦੇ ਆ, ਉਹ ਕਾਂਗਰਸ ਵੱਲ ਨਹੀਂ ਜਾ ਸਕਦੇ, ਉਹ ਆਮ ਆਦਮੀ ਪਾਰਟੀ ਵੱਲ ਨਹੀਂ ਜਾ ਸਕਦੇ, ਲੇਕਿਨ ਉਹ ਬਾਦਲ ਪਰਿਵਾਰ ਦੀ ਸਿਆਸਤ ਨਾਲ ਸਹਿਮਤ ਨਹੀਂ ਗੇ। ਉਹਨਾਂ ਲੋਕਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਹੋ ਜਾਊਗਾ ਅਕਾਲੀ ਦਲ ਚੋਂ ਬਾਹਰ ਜਾਣ ਦਾ। ਇਸ ਕਰਕੇ ਨੁਕਸਾਨ ਇਹਨਾਂ ਦੇ ਹਿਸਾਬ ਨਾਲ ਹੀ ਡੈਫੀਨੇਟਲੀ ਹੋਊਗਾ। ਜੀ ਸੰਧੂ ਸਾਹਿਬ, ਥੈਂਕ ਯੂ ਵੈਰੀ ਮਚ। ਆਪਾਂ ਇਸ ਮੁੱਦੇ ਤੇ ਫੇਰ ਆਵਾਂਗੇ ਤੁਹਾਡੇ ਵੱਲ। ਹੁਣ ਮੌਕਾ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਦਿਨੇ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਆਪਾਂ ਚਰਚਾ ਕਰ ਰਹੇ ਹਾਂ ਪੰਥਕ ਰਾਜਨੀਤੀ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਦੀ ਕਰਵਟ ਲੈ ਰਹੀ ਹੈ। ਸੁਭਾਵਿਕ ਹੈ ਕਿ ਇਹਨਾਂ ਮੁੱਦਿਆਂ ਤੇ ਰਾਏ ਜਾਂ ਵਿਚਾਰ ਆਪੋ ਆਪਣੇ ਹੋਣਗੇ। ਵਲਟੋਹਾ ਜੀ, ਜਿਸ ਮਾਮਲੇ ਤੇ ਪਹਿਲਾਂ ਚਰਚਾ ਹੋ ਰਹੀ ਸੀ, ਉਹਦੇ 'ਚ ਅਮਰਿੰਦਰ ਜੀ ਨੇ ਗੱਲ ਕੀਤੀ ਹੈ, ਸੰਧੂ ਜੀ ਨੇ ਗੱਲ ਕੀਤੀ ਹੈ। ਉਹਨਾਂ ਦਾ ਕਹਿਣਾ ਕਿ ਸੁਖਬੀਰ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ, ਉਹ ਲੀਡਰਸ਼ਿਪ ਪ੍ਰਵਾਨਿਤ ਨਹੀਂ ਹੋਈ, ਜਿਹਦੇ ਕਰਕੇ ਸਾਰਾ ਵਿਵਾਦ ਖੜਾ ਹੋਇਆ। ਜਿਹੜੇ ਮੁੱਦਿਆਂ ਦੀ ਤੁਸੀਂ ਗੱਲ ਕੀਤੀ ਹੈ, ਆਪਾਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੀ। ਇੱਦਾਂ ਜਿਹੜਾ ਡੇਰਾ ਸੌਦਾ ਜਿਹੜਾ ਮੁਖੀ ਹੈ, ਉਸ ਮੁੱਦੇ ਨੂੰ ਲੈ ਕੇ ਉਹਨਾਂ ਮੁੱਦਿਆਂ ਤੇ ਇਹਨਾਂ ਧਿਰਾਂ ਦਾ ਕਹਿਣਾ ਹੈ ਕਿ ਅਜੇ ਵੀ ਅਕਾਲੀ ਦਲ ਦਾ ਇਹਨਾਂ ਮੁੱਦਿਆਂ ਨੇ ਪਿੱਛਾ ਨਹੀਂ ਛੱਡਿਆ, ਜਿਹਦੇ ਕਰਕੇ ਨਵੇਂ ਪਾਸੇ ਵੱਲ ਨੂੰ ਜਿਹੜਾ ਵੋਟ ਬੈਂਕ ਜਾਂ ਜਿਹੜੀ ਰਾਜਨੀਤੀ ਹੈ ਟਰਨ ਲੈ ਸਕਦੀ ਹੈ। ਜੀ ਵਲਟੋਹਾ ਜੀ, ਦੇਖੋ ਸਿੱਧੂ ਸਾਹਿਬ, ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਦੀ ਗੱਲ ਹੈ, ਲੋਕਾਂ ਨੂੰ ਸੱਚਾਈ ਦਾ ਪਤਾ ਲੱਗਿਆ ਕਿ ਅਕਾਲੀ ਦਲ ਨੂੰ ਸ਼ਿਕਾਰ ਬਣਾਇਆ ਗਿਆ। ਜਿਸ ਕਿਸੇ ਨੇ ਵੀ ਕੀਤੀ ਹੈ, ਲੋਕਾਂ ਨੂੰ ਪਤਾ ਲੱਗਿਆ ਕਿ ਕਰਨ ਵਾਲੇ ਜਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਗਿਆ ਹੈ, ਜਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਗੱਲ ਕੀਤੀ ਗਈ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ, ਅਜਿਹੀ ਗੱਲ ਕੋਈ ਨਹੀਂ, ਲੋਕੀ ਸਮਝਣ ਲੱਗ ਪਏ। ਹਾਂ, ਉਹਨਾਂ ਲੋਕਾਂ ਨੇ ਕਦੇ ਨਹੀਂ ਮੰਨਣਾ ਜਿਹੜੇ ਪਹਿਲਾਂ ਹੀ ਆਲਰੇਡੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਤੇ ਖੜੋਤੇ ਨੇ, ਜਿਹੜੇ ਵੱਖ-ਵੱਖ ਹੋਰ ਧਿਰਾਂ ਨਾਲ ਜੁੜੇ ਹੋਏ ਨੇ, ਉਹਨਾਂ ਨੇ ਆਪਦੀ ਗੱਲ ਕਰੀ ਜਾਣੀ ਹੈ, ਉਹਨਾਂ ਦੀ ਗੱਲ ਵੀ ਬਰਾਬਰ ਚੱਲੀ ਜਾਣੀ ਹੈ। ਬਿਲਕੁਲ, ਜਿਹੜਾ ਇਹਦੇ ਵਾਸਤੇ ਜੀ ਵਲਟੋਹਾ ਜੀ ਉਹਨਾਂ ਨੇ ਗੱਲ ਕਰੀ। ਵਲਟੋਹਾ ਜੀ ਇੱਕ ਸੈਕਿੰਡ, ਮੇਰੀ ਗੱਲ ਪੂਰੀ ਕਰ ਲੈਂਦੇ ਨਹੀਂ ਮੈਂ ਲਵਾਂਗਾ। ਓਕੇ ਸਰ, ਓਕੇ ਕਰੋਗਾ। ਜਿੱਥੋਂ ਤੱਕ ਡੇਰੇ ਸਰਸੇ ਵਾਲੇ ਦਾ ਸਵਾਲ ਹੈ, 2007 ਚ ਪਹਿਲੀ ਵਾਰ ਡੇਰਾ ਸਰਸਾ ਨੇ ਪੋਲੀਟੀਕਲੀ ਫੈਸਲਾ ਲਿਆ ਕਿ ਅਸੀਂ ਚੋਣਾਂ ਦੇ ਵਿੱਚ ਭਾਗ ਲਵਾਂਗੇ, ਕਿਸੇ ਪਾਰਟੀ ਦੀ ਮਦਦ ਕਰਾਂਗੇ। ਕਿਹਦੀ ਕਰਨੀ ਆ, ਉਹ ਸਾਡਾ ਪੋਲੀਟੀਕਲ ਵਿੰਗ ਜਿਹੜਾ ਫੈਸਲਾ ਕਰੂਗਾ। ਪੋਲੀਟੀਕਲ ਵਿੰਗ ਨੇ ਜਾਂ ਡੇਰੇ ਸਰਸੇ ਨੇ ਫੈਸਲਾ ਕੀਤਾ ਤੇ ਉਹਨਾਂ ਨੇ 2007 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੀ ਮਦਦ ਕੀਤੀ, ਓਪਨਲੀ ਕੀਤੀ, ਠੋਕ ਕੇ ਕੀਤੀ।
ਔਰ ਉਹਦਾ ਜੋ ਕੁਝ ਵੀ ਸੀਗਾ ਮਾਲਵੇ ਦੇ ਵਿੱਚ ਸਾਨੂੰ ਭਾਵੇਂ ਖਮਿਆਜਾ ਭੁਗਤਣਾ ਪਿਆ, ਪਰ ਵਾਹਿਗੁਰੂ ਨੇ ਸਾਡੀ ਸਰਕਾਰ ਬਣਾਈ। ਔਰ 2007 ਦੇ ਵਿੱਚ ਉਹਨੇ ਸਵਾਂਗ ਰਚਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਡੇਰਾ ਸਰਸਾ ਸੌਦਾ ਦਾ ਡੇਰੇ ਸਰਸੇ ਦਾ ਬਾਈਕਾਟ ਕਰਨ ਦਾ, ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਸਿੱਖ ਨੂੰ ਸਾਂਝ ਰੱਖਣ ਤੋਂ ਜਿਹੜਾ ਆ ਹੁਕਮਨਾਮਾ ਜਾਰੀ ਕੀਤਾ ਵੀ ਕਿਸੇ ਨੇ ਸਾਂਝ ਨਹੀਂ ਰੱਖਣੀ। ਔਰ 2012 ਦੀਆਂ ਵਿਧਾਨ ਸਭਾ ਚੋਣਾਂ ਆ ਗਈਆਂ, ਕੈਪਟਨ ਅਮਰਿੰਦਰ ਸਿੰਘ, ਬੀਬੀ ਭੱਠਲ, ਸੁਨੀਲ ਜਾਖੜ ਫਿਰ ਉੱਥੇ ਗਏ, ਜਦੋਂ ਕਿ ਉਦੋਂ ਉਹਦੇ ਵਿਰੁੱਧ ਅਜੇ ਵੀ ਹੁਕਮਨਾਮਾ ਜਾਰੀ ਖੁੱਟਦਾ ਸੀਗਾ। ਤੇ ਸਾਡੇ ਵਾਲੇ ਸੱਜਣ ਕਹੇ ਜਿੰਨੇ ਕੈਪਟਨ ਅਮਰਿੰਦਰ ਸਿੰਘ ਸਿੱਖ ਹੀ ਬੜਾ ਵੱਡਾ ਹੈ। ਜਦੋਂ ਡੇਰਾ ਸਰਸਾ ਦੇ ਵਿਰੁੱਧ ਹੁਕਮਨਾਮਾ ਜਾਰੀ ਹੈ ਚਲੋ ਬਟੂਆ ਜੀ ਆਪਣਾ ਅੱਜ ਦਾ ਮੁੱਦਾ ਨਹੀਂ, ਉਹ ਤਾਂ ਅਕਾਲੀ ਦਲ ਦੇ ਲੀਡਰਾਂ ਦੇ ਵੀ ਐਲੀਗੇਸ਼ਨ ਲੱਗ ਰਿਹਾ ਹੈ ਕਿ ਉਹ ਵੀ ਡੇਰੇ ਮੁਖੀ ਜਾਂ ਉਹਨਾਂ ਦੇ ਜਿਹੜੇ ਪੈਰੋਕਾਰ ਆ ਉਹਨਾਂ ਨੂੰ ਜਾ ਕੇ ਮਿਲੇ, ਉਹਨਾਂ ਨਾਲ ਮੀਟਿੰਗਾਂ ਕੀਤੀਆਂ, ਕੋਈ ਬਠਿੰਡੇ ਦੀਆਂ ਤਸਵੀਰਾਂ, ਕੁਝ ਹੋਰ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ। ਚਲੋ ਆਪਣਾ ਅੱਜ ਦਾ ਮੁੱਦਾ ਨਹੀਂ, ਪਰ ਇਹ ਮੁੱਦਾ ਤਾਂ ਦੋਨਾਂ ਤਰ੍ਹਾਂ ਦੇ ਚੱਲੀ ਕਰਕੇ ਬੜੀ ਡਿਟੇਲ ਚ ਗੱਲਬਾਤ ਹੋਈ ਇਸ ਇਸ਼ੂ ਤੇ। ਮੈਂ ਇਸ ਕਰਕੇ ਕਹਿਣਾ ਚਾਹੁੰਦਾ ਹਾਂ, ਜਿਹੜੇ ਗਏ ਨੇ ਦਾਤੀ ਤੌਰ ਤੇ ਗਏ ਨੇ ਤੇ ਜਾਣ ਵਾਲੇ ਚ ਸਭ ਤੋਂ ਅੱਗੇ ਪਰਮਿੰਦਰ ਸਿੰਘ ਢੀਂਡਸਾ ਆ, ਜਿਹੜੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਰਸੇ ਵਾਲੇ ਬਾਰੇ ਸਵਾਲ ਉਠਾਉਂਦੇ ਨੇ, ਉਹਦੇ ਸਵਾਲਾਂ ਦਾ ਜਿਹੜਾ ਜਵਾਬ ਹੈ ਪਰਮਿੰਦਰ ਸਿੰਘ ਢੀਂਡਸਾ 2017 ਦੀ ਵਿਧਾਨ ਸਭਾ ਚੋਣਾਂ 'ਚ ਡੇਰਾ ਸਰਸੇ ਵਾਲੇ ਦੇ ਡੇਰੇ ਕਿਉਂ ਗਿਆ। ਇਸ ਕਰਕੇ ਜਿਹੜੀ ਗੱਲ ਜਿਹੜੀ ਆ ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਸਾਡੇ ਕੋਲੇ 12-13 ਮਹੀਨੇ ਸੀ ਜਦੋਂ ਇਹ ਘਟਨਾਵਾਂ ਵਾਪਰੀਆਂ ਸੀ, ਪਰ ਅਸੀਂ ਆਪਦਾ ਅੱਡੀ ਚੁੱਟ ਦਾ ਜ਼ੋਰ ਲਾਇਆ। DIG ਖੱਟੜਾ ਜਿਨ੍ਹਾਂ ਦੀ ਸਿੱਟ ਬਣਾਈ ਸੀ, ਉਹ ਵੀ ਮੀਡੀਆ 'ਚ ਆਣ ਕੇ, ਵੱਖ-ਵੱਖ ਚੈਨਲਾਂ ਤੇ ਆਣ ਕੇ ਉਹਨਾਂ ਨੇ ਆਪਦੀ ਇੰਟਰਵਿਊ ਵਿੱਚ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਵੀ ਮੇਰੇ ਤੇ ਇਸ ਗੱਲ ਦਾ ਦਬਾਅ ਸੀ ਕਿ ਦੋਸ਼ੀਆਂ ਤੱਕ ਛੇਤੀ ਪਹੁੰਚੋ, ਪਰ ਸਾਜ਼ਿਸ਼ ਹੀ ਇਸ ਤਰ੍ਹਾਂ ਦੀ ਹੈ ਕਿ ਮੈਂ ਪਹੁੰਚ ਨਹੀਂ ਸਕਿਆ। ਹੁਣ ਵੀ ਕਹਿੰਦੇ ਕਿ ਲੰਬਾ ਸਮਾਂ ਹੋ ਗਿਆ, ਮੈਂ ਲੱਗਾ ਹੋਇਆ ਹਾਂ। ਤੇ ਇਸ ਕਰਕੇ ਜਿਹੜਾ ਹੁਣ ਵੀ ਉਹਨਾਂ ਜਿਹੜੇ ਫੜੇ ਆ ਉਹ ਅਸੀਂ ਤਾਂ ਕਹਿੰਦੇ ਕਿ ਦੋਸ਼ੀਆਂ ਤੇ ਫਾਹੇ ਟੰਗਣੇ ਚਾਹੀਦੇ ਆ, ਜਿਹਨੇ ਵੀ ਗੁਨਾਹ ਕੀਤਾ ਆ। ਜਿਸ ਤਰ੍ਹਾਂ ਦੇ ਉਹਨਾਂ ਨੇ ਕਾਰਗੁਜ਼ਾਰੀ ਦਿਖਾਈ ਹੈ ਕਿ ਅਸੀਂ ਦੋਸ਼ੀਆਂ ਤੱਕ ਪਹੁੰਚ ਕੇ ਦੋਸ਼ੀ ਫੜ ਲਏ ਆ, ਭਾਵੇਂ ਕਿ CBI ਨੇ ਆਪਦਾ ਪੱਖ ਜਿਹੜਾ ਉਹਨਾਂ ਬਾਰੇ ਪਹਿਲਾਂ ਹੀ ਹੋਰ ਤਰ੍ਹਾਂ ਦਾ ਰੱਖਿਆ ਹੋਇਆ ਕਿ ਇਹਨਾਂ ਦਾ ਲਾਈ ਡਿਟੈਕਟਿਵ ਟੈਸਟ ਕਰਾਇਆ ਸੀ, ਉਹ ਨੈਗੇਟਿਵ ਆਇਆ ਜੀ, ਜਿਸ ਕਾਰ ਨੂੰ ਸ਼ਾਮਲ ਕੀਤਾ ਗਿਆ ਉਹ ਕਾਰ ਹੀ ਬਾਅਦ ਚ ਖਰੀਦੀ ਗਈ। ਕਈ ਤਰ੍ਹਾਂ ਦੀਆਂ ਜਿਹੜੀਆਂ ਕੰਟਰਡਿਕਸ਼ਨ ਨੇ, ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ। ਜਿਹੜੀ ਦੂਸਰੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੈ, ਦੋ ਨੌਜਵਾਨ ਜਿਨ੍ਹਾਂ ਬਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਸੰਧੂ ਸਾਹਿਬ ਤੇ ਵੀਰ ਅਮਰਿੰਦਰ ਸਿੰਘ ਜੀ, ਅੱਜ ਵੀ ਉਹਨਾਂ ਨੌਜਵਾਨਾਂ ਦੀ ਜਿਹੜੀ ਜਾਰੀ ਹੋਈ ਆਡੀਓ ਆ, ਜਿਸ ਤਰੀਕੇ ਨਾਲ ਉਹ ਗੱਲਬਾਤ ਕਰਦੇ ਨੇ, ਜੋ ਉਹਨਾਂ ਦੀ ਰਿਕਾਰਡਿੰਗ ਕੀਤੀ ਗਈ, ਅੱਜ ਵੀ ਤੁਸੀਂ ਸੁਣੋਗੇ ਤੇ ਆਪਣੇ ਆਪ ਹੀ ਕਹੋਗੇ ਯਾਰ ਕੋਈ ਨਾ ਕੋਈ ਕਸਰ ਜ਼ਰੂਰ ਹੈਗੀ ਹੈ। ਵਾਰ-ਵਾਰ ਕਿਹਾ ਜਾ ਰਿਹਾ ਹੈ, ਸੰਤ ਦਾਦੂਵਾਲ ਵਰਗਿਆਂ ਵੱਲੋਂ ਕਿਹਾ ਜਾ ਰਿਹਾ ਜਾਂ ਹੋਰ ਨਾ ਪੰਥਕ ਧਿਰਾਂ ਵੱਲੋਂ ਕਿਹਾ ਜਾ ਰਿਹਾ ਕਿ ਦੋ ਨੌਜਵਾਨ ਜਿਹੜੇ ਆਪਦਾ ਲਾਈਵ ਡਿਟੈਕਟਿਵ ਟੈਸਟ ਕਰਾਉਣ, ਜਿਨ੍ਹਾਂ ਤੇ ਉਸ ਸਮੇਂ ਦੀ ਸਰਕਾਰ ਨੇ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਂਗਲ ਉਠਾਈ ਸੀ, ਉਹ ਲਾਈਵ ਡਿਟੈਕਟਿਵ ਟੈਸਟ ਤੋਂ ਭੱਜਦੇ ਕਿਉਂ ਹੈ? ਇਹਦਾ ਮਤਲਬ ਕਸਰ ਕੋਈ ਨਾ ਕੋਈ ਕਿਸੇ ਨਾ ਰੂਪ ਤੇ ਹੈਗੀ ਹੈ ਨਾ। ਹੁਣ ਜੀ ਬਿਲਕੁਲ ਸਾਹਿਬ, ਮੈਂ ਹੁਣ ਜ਼ਰੂਰ ਸਰਦਾਰ ਜਗਤਾਰ ਸਿੰਘ ਜੀ ਆਪਣੀ ਗੱਲ ਕਰ ਲਈ, ਪਰ ਮੈਨੂੰ ਆਪਣਾ ਇੱਕ ਸਵਾਲ ਲੈ ਲੈਣ ਦਿਓ, ਪਲੀਜ਼ ਆਪਣੀ ਗੱਲ ਕਰਿਓ ਜੀ। ਮੈਨੂੰ ਗੱਲ ਕਰ ਲੈਣ ਦਿਓ ਜੀ। ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਬੜੇ ਲੰਬੇ ਸਮੇਂ ਤੋਂ ਰਾਜਨੀਤੀ ਨੂੰ ਦੇਖ ਰਹੇ ਜੇ। ਪੰਜਾਬ ਦੀ ਰਾਜਨੀਤੀ ਦਾ ਇਤਿਹਾਸ ਰਿਹਾ ਹੈ ਕਿ ਜਿਹੜੀ ਪਾਰਟੀ ਦੀ ਸਰਕਾਰ ਹੋਵੇ ਉਹੀ ਜਿਮਨੀ ਚੋਣਾਂ ਜਿੱਤਦੀ ਹੈ। ਦਾਖਾ ਜਿਮਨੀ ਚੋਣ ਹੋਈ, ਔਰ ਮੈਂ ਮਹਿਸੂਸ ਕਰਦਾ, ਤੁਸੀਂ ਵੀ ਦੇਖਿਆ ਹੋਊ, ਸਰਦਾਰ ਅਮਰਿੰਦਰ ਸਿੰਘ ਹੋਰਾਂ, ਸੰਧੂ ਸਾਹਿਬ ਨੇ ਦੇਖਿਆ ਹੋਊ ਕਿ ਜੇ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਕੋਈ ਪੰਥਕ ਹੋਣ ਵਾਲਾ ਇਲਾਕਾ ਹੈ ਤੇ ਉਹ ਦਾਖਾ ਆ। ਉਹਦੇ ਬਰਾਬਰ ਕੋਈ ਨਾ ਕੋਈ ਹੋ ਸਕਦਾ, ਇੱਕ ਅੱਧਾ ਕੋਈ ਹੋ ਸਕਦਾ ਹੈ, ਪਰ ਸਭ ਤੋਂ ਵੱਧ ਪੰਥਕ ਜਿਹੜਾ ਇਲਾਕਾ ਆ ਉਹ ਦਾਖਾ ਆ। ਦਾਖਾ ਦੇ ਲੋਕਾਂ ਨੇ ਜਿਹੜੀ ਜਿਮਨੀ ਚੋਣ ਹੋਈ ਹੈ ਉਹਦੇ ਚ ਕੈਪਟਨ ਅਮਰਿੰਦਰ ਸਿੰਘ, ਇੱਕ ਤਰ੍ਹਾਂ ਮੈਂ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਲੈਕਸ਼ਨ ਲੜ ਰਹੇ ਸੀ, ਜਿਸ ਤਰੀਕੇ ਨਾਲ ਉੱਥੇ ਕਾਂਗਰਸ ਇਲੈਕਸ਼ਨ ਲੜ ਰਹੀ ਸੀ, ਜਿਸ ਤਰ੍ਹਾਂ ਉੱਥੇ ਸ਼ਕਤੀ ਵਰਤੀ ਜਾ ਰਹੀ ਸੀ, ਉਹਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਉੱਥੇ ਬੜੀ ਵੱਡੀ ਲੀਡ ਤੇ ਜਿੱਤਿਆ। ਤੇ ਜਿਹੜੀ ਉੱਥੇ ਆਮ ਆਦਮੀ ਪਾਰਟੀ ਦੀ ਤੁਸੀਂ ਬਾਰ-ਬਾਰ ਗੱਲ ਆ ਗਈ, ਬਿਲਕੁਲ ਆਉਣ ਵਾਲੇ ਸਮੇਂ 'ਚ ਲੜਾਈ 'ਚ ਹੈ ਤੇ ਆਮ ਆਦਮੀ ਪਾਰਟੀ ਦੇ ਉੱਥੇ ਜ਼ਮਾਨਤ ਜ਼ਬਤ ਹੋਈ, ਬੁਰੀ ਤਰ੍ਹਾਂ ਜ਼ਬਤ ਹੋਈ, ਔਰ ਜ਼ਮਾਨਤ ਦੀ ਬੇਇੱਜ਼ਤੀ ਹੋਈ। ਓਕੇ ਬਲਟੋਆ ਜੀ, ਬਿਲਕੁਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਰੇ ਇਹ ਭਰਮ ਪੈਦਾ ਨਾ ਕਰੋ। ਓਕੇ ਬਲਟੋਆ ਜੀ, ਤੁਸੀਂ ਜਿਸ ਮੁੱਦੇ ਤੇ ਗੱਲ ਕਰ ਰਹੇ ਹੋ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ। ਜੋ ਮੌਜੂਦਾ ਪ੍ਰਸਥਿਤੀਆਂ ਹੋਈਆਂ ਉਹ ਤੇ ਦੇਖੋ, ਤੁਸੀਂ ਆਪ ਵੀ ਮੰਨਦੇ ਹੋ ਕਿ ਅਕਾਲੀ ਦਲ ਜਿਹੜਾ ਹੈਗਾ ਤੀਜੇ ਨੰਬਰ ਤੇ ਚਲਿਆ ਗਿਆ, ਸਾਡੇ ਦੂਜੇ ਮਹਿਮਾਨਾਂ ਦੀ ਵੀ ਰਹੇ। ਜਿਹੜੇ ਪਿਛਲੇ ਮੁੱਦੇ ਹੈਗੇ ਆ, ਹੁਣ ਅੱਜ ਵੀ ਕੁਝ ਜਿਹੜੇ ਅਕਾਲੀ ਨੇਤਾ, ਜੇ ਮੈਂ ਨਾਂ ਲਵਾਂਗਾ ਤਾਂ ਉਹਨਾਂ ਬਾਰੇ ਫੇਰ ਗੱਲ ਆਉਂਦੀ ਹੈ, ਜਸਵੀਰ ਸਿੰਘ ਰੋਡੇ ਆ, ਹੋਰ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਆਪਣਾ ਫੈਡਰਲ ਜਿਹੜਾ ਸਿਧਾਂਤ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਸੀ ਉਹ ਛੱਡ ਕੇ ਪੰਜਾਬੀ ਪਾਰਟੀ ਬਣ ਗਿਆ। ਇਕੱਲਾ ਜਿਹੜਾ ਹੈਗਾ ਬਲਟੋਆ ਸਾਹਿਬ, ਗੱਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਤਾਂ ਹੈ ਹੀ ਹੈ, ਇਕੱਲਾ ਉਹ ਮੁੱਦਾ ਨਹੀਂ, ਦੂਜੇ ਮੁੱਦਿਆਂ ਤੇ ਵੀ ਅਕਾਲੀ ਦਲ ਨੂੰ ਘੇਰਿਆ ਜਾ ਰਿਹਾ ਹੈ ਕਿ ਆਪਣਾ ਜਿਹੜਾ ਪੰਥਕ ਏਜੰਡਾ ਛੱਡ ਕੇ, ਫੈਡਰਲ ਢਾਂਚਾ ਛੱਡ ਕੇ ਪੰਜਾਬੀ ਪਾਰਟੀ ਬਣ ਗਿਆ।
ਜਿਹਦੇ ਕਰਕੇ ਜਿਹੜੇ ਬਦਲ ਬਣ ਰਹੇ ਆ ਉਹਨਾਂ ਨੂੰ ਹੁੰਗਾਰਾ ਮਿਲ ਰਿਹਾ। ਮੈਂ ਸੰਖੇਪ 'ਚ ਜਵਾਬ ਲੈਣਾ ਚਾਹਾਂਗਾ ਕਿਉਂਕਿ ਅੱਗੇ ਵੀ ਮੈਂ ਦੂਜੇ ਮਹਿਮਾਨਾਂ ਨਾਲ ਵੀ ਗੱਲ ਕਰਨੀ ਹੈ। ਇਹ ਮਾਮਲੇ ਹੈਗੇ ਜਿਹਦੇ ਕਰਕੇ ਅਕਾਲੀ ਦਲ ਕਿਰਦਾ ਨਜ਼ਰ ਆ ਰਿਹਾ ਜੀ। ਸਿੱਧੂ ਸਾਹਿਬ, ਵਿੱਚ ਕੋਈ ਦਰਾਮਾ ਨਹੀਂ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਫੈਡਰਲ ਢਾਂਚੇ ਵਾਸਤੇ ਬੜੀ ਵੱਡੀ ਲੜਾਈ ਲੜੀ ਹੈ ਔਰ ਅੱਜ ਵੀ ਅਸੀਂ ਉਸੇ ਅਕੀਦੇ ਤੇ ਖਲੋਤੇ ਹਾਂ ਕਿ ਜਿਹੜੇ ਰਾਜ ਨੇ ਉਹਨਾਂ ਨੂੰ ਵੱਧ ਸ਼ਕਤੀ ਮਿਲਣੀ ਚਾਹੀਦੀ ਆ, ਉਹਨਾਂ ਕੋਲੇ ਵੱਧ ਅਧਿਕਾਰ ਮਿਲਣੇ ਚਾਹੀਦੇ ਆ ਤਾਂ ਕਿ ਰਾਜ ਮਜ਼ਬੂਤ ਨੇ ਤੇ ਦੇਸ਼ ਮਜ਼ਬੂਤ ਹੈ। ਜੇ ਕਿ ਕੋਈ ਸਰੀਰ ਦੇ ਅੰਗ ਮਜ਼ਬੂਤ ਨੇ ਤੇ ਸਰੀਰ ਮਜ਼ਬੂਤ ਹੈ। ਜਿਸ ਤਰ੍ਹਾਂ ਕਮਜ਼ੋਰ ਕੀਤਾ ਗਿਆ ਜਾਂ ਕੀਤਾ ਜਾ ਰਿਹਾ ਆ, ਅਜਿਹਾ ਨਹੀਂ ਹੋਣਾ ਚਾਹੀਦਾ। ਅਸੀਂ ਵੀ ਇਸ ਗੱਲ ਨਾਲ ਸਹਿਮਤ ਹਾਂ, ਅੱਜ ਵੀ ਅਸੀਂ ਉਸੇ ਗੱਲ ਤੇ ਖਲੋਤੇ ਹਾਂ। ਪਰ ਕੋਈ ਸਮਾਂ ਸੀ ਜਦੋਂ ਮੋਰਚੇ ਲੱਗਦੇ ਸੀ, ਜਦੋਂ ਜੇਲ੍ਹਾਂ ਭਰੀਆਂ ਜਾਂਦੀਆਂ ਸੀ, ਸਿਆਸਤ ਬਦਲ ਗਈ। ਹੁਣ ਜਿਹੜੀ ਗੱਲ ਤੁਸੀਂ ਕਰਦੇ ਜੇ ਕਿ ਅਕਾਲੀ ਦਲ ਤੀਜੇ ਥਾਂ ਤੇ ਚਲਾ ਗਿਆ। 1997 ਦੀ ਇਲੈਕਸ਼ਨ ਦੇ ਵਿੱਚ 97 ਸੀਟਾਂ ਸੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕੋਲੇ ਤੇ ਕਾਂਗਰਸ ਕੋਲੇ ਕੇਵਲ 14 ਸੀ। 14 117 ਚੋਂ ਜੀ। ਇਸ ਕਰਕੇ ਜਿਹੜੀ ਆ ਜੀ ਚਲੋ ਹੁਣ ਆਪਣੇ ਕੋਲ ਇਤਿਹਾਸ ਦਾ ਜਿਹੜਾ ਮੌਕਾ ਨਹੀਂ ਪਿਆ ਜਿਹੜਾ ਉਠਾ ਰਿਹਾ ਜੀ ਬਲਟੋਆ ਜੀ, ਜਿਹੜਾ ਸਵਾਲ ਉਠਾ ਰਿਹਾ ਉਹ ਇਹ ਵੀ ਕਹਿ ਰਿਹਾ ਜਦੋਂ ਫੈਡਰਲ ਢਾਂਚੇ ਦੀ ਗੱਲ ਕਰਦੇ ਆ ਨਾ ਤਾਂ ਭਾਰਤੀ ਜਨਤਾ ਪਾਰਟੀ ਜਿਹਦੇ ਤੁਸੀਂ ਭਾਈਵਾਲ ਹੋ, ਲੰਬੀ ਚੌੜੀ ਗੱਲ ਇਹਦੇ ਤੇ ਹੋ ਸਕਦੀ ਹੈ, ਪਰ ਜਿਹੜੇ ਦੋਨੇ ਮਹਿਮਾਨ ਆ ਉਹ ਕਹਿ ਰਿਹਾ ਹੈ ਕਿ ਮੌਜੂਦਾ ਪ੍ਰਸਥਿਤੀਆਂ 'ਚ ਭਾਰਤੀ ਜਨਤਾ ਪਾਰਟੀ ਹੀ ਅਕਾਲੀ ਦਲ ਨੂੰ ਅੱਖਾਂ ਦਿਖਾ ਰਹੀ ਹੈ। ਉਹ ਕਹਿੰਦੇ ਕਿ ਸਾਨੂੰ 69 ਸੀਟਾਂ ਦਿਓ। ਇਹ ਪ੍ਰਸਥਿਤੀ ਉਹ ਕਹਿੰਦੇ ਬਣ ਗਈ ਜਿਨ੍ਹਾਂ ਦੇ ਆਪਾਂ ਭਾਈਵਾਲਾਂ ਜਿਹਦੇ ਕਰਕੇ ਫੈਡਰਲ ਢਾਂਚੇ ਨੂੰ ਵੀ ਨੁਕਸਾਨ ਪਹੁੰਚ ਰਿਹਾ। ਇਹ ਸਵਾਲ ਹੈ, ਮੈਂ ਬਲਟੋਆ ਜੀ ਵਾਪਸ ਆਉਂਗਾ ਤੁਹਾਡੇ ਵੱਲ, ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਹਾਂ। ਅਮਰਿੰਦਰ ਜੀ ਜਿਸ ਮਾਮਲੇ ਜਵਾਬ ਹੀ ਲੈ ਲਓ ਜੀ ਤੁਸੀਂ ਲੰਬੀ ਚੌੜੀ ਗੱਲ ਜੀ ਨਹੀਂ ਓਕੇ ਸੰਖੇਪ ਦੇ ਵਿੱਚ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੀ ਕਿਸ ਕੇਂਦਰੀ ਲੀਡਰਸ਼ਿਪ ਨੇ ਕਿਹਾ ਹੈ ਕਿ ਅਸੀਂ ਜਿਹੜਾ ਅੱਧੀਆਂ ਸੀਟਾਂ ਲਵਾਂਗੇ? ਕੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਨੇ ਕਿਹਾ ਹੋਵੇ ਕਿ ਅਸੀਂ ਅੱਧੀਆਂ ਸੀਟਾਂ ਤੇ ਲੜਾਂਗੇ? ਸਾਡਾ ਸਮਝੌਤਾ ਹੋਊ। ਜੇ ਮਾਸਟਰ ਮੋਹਨ ਲਾਲ ਵਰਗੇ ਜਾਂ ਮਦਨ ਮੋਹਨ ਮਿੱਤਲ ਵਰਗੇ ਜਿਨ੍ਹਾਂ ਨੂੰ ਆਪ ਨੂੰ ਟਿਕਟ ਨਹੀਂ ਮਿਲੀ 2017 ਦੇ ਵਿੱਚ ਤੇ ਉਹ ਉੱਥੇ ਲੋਕੀ ਗੱਲਾਂ ਕਰੀ ਜਾਣ ਤੇ ਉਹਦਾ ਕੋਈ ਅਰਥ ਹੀ ਨਹੀਂ ਗਾ। ਤੇ ਜਾਤੀ ਤੌਰ ਤੇ ਆਪਦੀ ਜੋ ਮਰਜ਼ੀ ਗੱਲ ਕਰੀ ਜਾਣ ਜੀ ਫੈਸਲਾ ਚਲੋ ਆਪਾਂ ਆਉਣ ਵਾਲੇ ਸਮੇਂ ਕਰਨਾ ਹੁੰਦਾ ਹੈ। ਓਕੇ ਜੀ ਬਿਲਕੁਲ ਠੀਕ ਤੁਹਾਡੀ ਗੱਲ ਆ ਗਈ। ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਪਹਿਲਾਂ ਕਲੀਅਰ ਕਰ ਚੁੱਕੀ ਹੈ, ਵਾਰ-ਵਾਰ ਕਲੀਅਰ ਕਰ ਚੁੱਕੀ ਹੈ ਕਿ ਸਾਡਾ ਗੱਠਜੋੜ ਸੀ, ਗੱਠਜੋੜ ਹੈ, ਜੋ ਪਿਛਲਾ ਫਾਰਮੂਲਾ ਉਹੀ ਚੱਲੂਗਾ ਤੇ ਗੱਠਜੋੜ ਰਹੇਗਾ। ਜੀ ਬਿਲਕੁਲ। ਅਮਰਿੰਦਰ ਜੀ ਜਦੋਂ ਆਪਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਹਾਂ, ਅਕਾਲੀ ਦਲ ਤੇ ਜਿਹੜਾ ਐਲੀਗੇਸ਼ਨ ਲੱਗ ਰਿਹਾ ਕਿ ਪੰਜਾਬੀ ਪਾਰਟੀ ਬਣ ਗਈ ਹੈ, ਬਲਟੋਆ ਜੀ ਦਾ ਕਹਿਣਾ ਕਿ ਨਹੀਂ ਉਸੇ ਮਾਮਲੇ ਤੇ ਅਸੀਂ ਖੜੇ ਹਾਂ ਤੇ ਨਾ ਹੀ ਭਾਰਤੀ ਜਨਤਾ ਪਾਰਟੀ 'ਚ ਕੋਈ ਇਹੋ ਜਿਹੀ ਗੱਲ ਹੈ ਕਿ ਜਿਹੜਾ ਅਕਾਲੀ ਦਲ ਤੋਂ ਕੋਈ ਦਾਅਵਾ ਖੋਏ ਜਾਂ ਸੀਟਾਂ ਦੀ ਗੱਲ ਕਰੇ ਵਧੇਰੇ ਦੀ। ਜੀ ਦੇਖੋ ਸਿੱਧੂ ਸਾਹਿਬ, ਤੁਹਾਡੇ ਜਿਹੜਾ ਤੁਸੀਂ ਫੈਡਰਲਿਜ਼ਮ ਵਾਲਾ ਜਿਹੜਾ ਇਸ਼ੂ ਰੇਜ਼ ਕੀਤਾ, ਇਸ ਤੋਂ ਪਹਿਲਾਂ ਜਿਸ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਨੀ ਚਾਹਾਂਗਾ। ਜਿਵੇਂ ਬਲਟੋਆ ਜੀ ਨੇ ਕਿਹਾ ਕਿ ਬਈ ਅਕਾਲੀ ਦਲ ਦੀ ਜਿਹੜੀ ਸਰਕਾਰ ਸੀ ਉਹਦੇ ਖਿਲਾਫ ਸਾਜ਼ਿਸ਼ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਇਸ਼ੂ ਦੇ ਉੱਪਰ। ਮੈਂ ਇਹਨਾਂ ਨੂੰ ਇਹ ਯਾਦ ਦਿਵਾਉਣਾ ਚਾਹਾਂਗਾ ਕਿ ਇਹਨਾਂ ਦੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਆ, ਜਿਹੜੇ ਡਿਪਟੀ ਸੀਐਮ ਹੈਗੇ ਆ, ਉਹਨਾਂ ਨੇ ਇੱਕ ਵਾਰੀ ਵੀ ਕੰਡੈਮ ਨਹੀਂ ਕੀਤਾ ਕਿ ਮੇਰੀ ਡੇਰਾ ਸਿਰਸਾ ਦੇ ਨਾਲ, ਮੁਖੀ ਦੇ ਨਾਲ, ਅਕਸ਼ੇ ਕੁਮਾਰ ਦੇ ਨਾਲ ਜਿਹੜੀ ਵਾਰਤਾ ਦੀ ਜਿਹੜੀ ਗੱਲ ਚੱਲ ਰਹੀ ਹੈ ਕਿ ਇਹਨਾਂ ਦੀ ਮੀਟਿੰਗ ਹੋਈ ਬੰਬੇ ਦੇ ਵਿੱਚ, ਇੱਕ ਵੀ ਉਹਨਾਂ ਦਾ ਬਿਆਨ ਨਹੀਂ ਆਇਆ। ਕਿਸ ਤਰੀਕੇ ਦੇ ਨਾਲ ਉਹਨੂੰ ਮਾਫੀ ਦਵਾਈ ਗਈ, ਉਸ ਦੀ ਜਿਹੜੀ MSG ਫਿਲਮ ਸੀਗੀ, ਉਸ ਫਿਲਮ ਨੂੰ ਪੰਜਾਬ ਦੇ ਵਿੱਚ ਚਲਾਉਣ ਲਈ ਸਾਰੀਆਂ ਐਫਰਟਸ ਹੋਈਆਂ, ਜਥੇਦਾਰਾਂ ਕੋਲੋਂ ਚਿੱਠੀਆਂ ਠੱਪੀਆਂ। ਇਹ ਸਾਰਾ ਕੁਝ ਸਾਜ਼ਿਸ਼ ਨਹੀਂ ਹੈ, ਇਹ ਸਾਜ਼ਿਸ਼ ਇਹ ਆਪ ਕਰ ਰਹੇ ਸੀਗੇ। ਇਹਨਾਂ ਦੀ ਕਨਾਈਵੈਂਸ ਹੈ ਉਹਦੇ ਨਾਲ। ਇਹਨਾਂ ਨੇ ਪੰਥ ਨੂੰ ਪਾਸੇ ਰੱਖਤਾ ਸੀ ਤੇ ਇਹ ਸੋਚਣ ਲੱਗੇ ਸੀ ਕਿ ਸ਼ਾਇਦ MSG ਤੇ ਡੇਰੇ ਵਾਲਾ ਹੀ ਸਾਨੂੰ ਜਿਤਾ ਦੇਗਾ, ਸਾਡੀ ਵੋਟ ਬੈਂਕ ਪੋਲਿਟਿਕਸ ਉਧਰ ਮਜ਼ਬੂਤ ਹੈ। ਸੋ ਇਹ ਇਹਨਾਂ ਨੂੰ ਅਸੈਪਟ ਕਰਨੀ ਪਏਗੀ ਕਿ ਬਈ ਅਸੀਂ ਪੰਥ ਨੂੰ ਖੁਦ ਹੀ ਪਿੱਠ ਦਿਖਾਈ ਹੈ। ਇਹ ਭੁਲੇਖੇ ਦੇ ਵਿੱਚ ਲੋਕਾਂ ਨੂੰ ਨਾ ਪਾਣ ਕਿ ਅਸੀਂ ਅਜੇ ਵੀ ਪੰਥਕ ਹੈਗੇ ਹਾਂ। ਪੰਥ ਨੂੰ ਇਹਨਾਂ ਨੇ ਡਿਚ ਕੀਤਾ, ਇਹਦੇ 'ਚ ਕੋਈ ਦੋਰਾਵਾ ਨਹੀਂ ਹੈ ਤੇ ਇਹ ਤਾਂ ਹੀ ਇਹ ਰਿਜ਼ਲਟ ਆਇਆ। ਤੇ ਦੂਸਰੀ ਗੱਲ ਜਿਹੜੀ ਹੈਗੀ ਆ, ਇਹਨਾਂ ਨੇ ਲਾਈ ਡਿਟੈਕਟਰ ਦੀ ਗੱਲ ਕੀਤੀ ਹੈ ਕਿ ਉਹ ਦੋ ਸਿੰਘ ਜਿਹੜੇ ਸੀਗੇ ਉਹਨਾਂ ਨੇ ਲਾਈ ਡਿਟੈਕਟਰ ਤੋਂ ਮਨਾ ਕਰਤਾ। ਲਾਈ ਡਿਟੈਕਟਰ ਦਾ ਇਹਨਾਂ ਦੇ ਪ੍ਰਧਾਨ ਜੀ ਕਹਿ ਦੇਣ ਕਿ ਮੇਰਾ ਲਾਈ ਡਿਟੈਕਟਰ ਕਰਾ ਲਓ ਤੁਸੀਂ, ਤੁਹਾਨੂੰ ਪਤਾ ਲੱਗ ਜਾਏਗਾ ਕਿ ਵੀ ਮੈਂ ਡੇਰੇ ਵਾਲੇ ਦੇ ਨਾਲ ਰਲਿਆ ਹੋਇਆ ਕਿ ਨਹੀਂ ਰਲਿਆ ਹੋਇਆ। ਉਹ ਕਹਿਣ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਤੁਸੀਂ ਲਾਈ ਡਿਟੈਕਟਰ ਤੇ ਆਓ ਤੇ ਸਾਰੀ ਪੰਜਾਬ ਦੀ ਜਨਤਾ ਦੇ ਸਾਹਮਣੇ ਕਲੀਅਰ ਹੋ ਜਾਏਗੀ ਗੱਲ ਕਿ ਵੀ ਡੇਰੇ ਵਾਲੇ ਦੇ ਨਾਲ ਤੁਹਾਡੀ ਕਨਾਈਵੈਂਸ ਸੀਗੀ ਕਿ ਨਹੀਂ ਸੀਗੀ, ਕਿ ਤੁਹਾਡੇ ਕਹਿਣ ਦੇ ਉੱਪਰ ਜਥੇਦਾਰਾਂ ਨੇ ਉਹਨੂੰ ਮਾਫ ਕੀਤਾ ਕਿ ਨਹੀਂ ਕੀਤਾ, ਕਿਵੇਂ CM ਹਾਊਸ ਦੇ ਵਿੱਚ ਬਹਿ ਕੇ ਮੀਟਿੰਗਾਂ ਹੋਈਆਂ ਡੇਰੇ ਵਾਲੇ ਦੇ ਨੂੰ ਮਾਫ ਕਰਨ ਬਾਰੇ। ਇਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ 'ਚ ਹੈਗੀਆਂ। ਸੋ ਇੱਕ ਅੱਧੀ ਗੱਲ ਦੇ ਉੱਪਰ ਇਹ ਮਤਲਬ ਪਬਲਿਕ ਨੂੰ ਇਸ ਚੀਜ਼ ਤੇ ਗੁੰਮਰਾਹ ਨਾ ਕਰਨ ਕਿ ਵੀ ਸਾਡਾ ਕੋਈ ਰੋਲ ਨਹੀਂ ਹੈ, ਇਹਨਾਂ ਦਾ ਪੂਰਾ ਰੋਲ ਸੀਗਾ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਫੈਡਰਲ ਢਾਂਚੇ ਵਾਲੀ, ਫੈਡਰਲ ਢਾਂਚੇ ਦਾ ਜਿਹੜਾ ਇਸ਼ੂ ਹੈਗਾ ਉਸ ਦੇ ਉੱਪਰ ਅਕਾਲੀ ਦਲ ਨੇ ਡਟ ਕੇ ਲੜਾਈ ਲੜੀ ਹੈ, ਮੋਰਚੇ ਵੀ ਲਾਏ, ਕੁਰਬਾਨੀਆਂ ਵੀ ਹੋਈਆਂ, ਸਭ ਕੁਝ ਹੋਇਆ। ਲੇਕਿਨ ਹੁਣ ਜਿਹੜੀ ਪ੍ਰੈਜ਼ੈਂਟ ਅਕਾਲੀ ਲੀਡਰਸ਼ਿਪ ਹੈ ਉਸ ਦਾ ਜਿਹੜਾ ਪ੍ਰਾਇੋਰਟੀ ਹੈਗੀ ਆ ਉਹ ਫੈਡਰਲਿਜ਼ਮ ਨਹੀਂ ਹੈ, ਉਹਦੀ ਪ੍ਰਾਇੋਰਟੀ ਆਪਣੀ ਗੱਦੀ ਹੈ। ਉਹਨਾਂ ਦੀ ਗੱਦੀ ਉੱਥੇ ਦਿੱਲੀ ਦੇ ਵਿੱਚ ਕਾਇਮ ਰਹਿਣੀ ਚਾਹੀਦੀ ਹੈ। ਫੈਡਰਲਿਜ਼ਮ ਬਾਰੇ ਉਹ ਨਹੀਂ ਬੋਲਦੇ। ਜੇ ਕਸ਼ਮੀਰ ਦੇ ਉੱਪਰ ਗੱਲ 370 ਨੂੰ ਤੋੜਨ ਗਿਆ, ਉਹ ਕਹਿੰਦੇ ਆ ਤੋੜ ਦਿਓ, ਸਟੇਟ ਦੀ ਅਧਿਕਾਰ ਜਿਹੜੇ ਉਹਨਾਂ ਨੂੰ ਘੱਟ ਕਰ ਦਿਓ, ਸਟੇਟ ਨੂੰ 3 ਥਾਵਾਂ ਵੰਡ ਦਿਓ, ਉੱਥੇ ਦੀ ਸਾਰੀ ਲੀਡਰਸ਼ਿਪ ਨੂੰ ਅੰਦਰ ਕਰਕੇ ਫਾਰੂਕ ਅਬਦੁੱਲੇ ਨੂੰ, ਉਹਦੇ ਮੁੰਡੇ ਨੂੰ, ਮੁਫਤੀ ਮੁਹੰਮਦ ਦੀ ਬੇਟੀ ਨੂੰ ਔਰ ਉਹਨਾਂ ਨੂੰ ਸਾਰੀ ਲੀਡਰਸ਼ਿਪ ਨੂੰ ਅੰਦਰ ਕਰਕੇ ਜੇ ਤੋੜਿਆ ਗਿਆ ਉਹਦੇ ਉੱਪਰ ਅਕਾਲੀ ਦਲ ਨੇ ਵੋਟ ਪਾਈ ਹੈ, ਹਾਮੀ ਭਰੀ ਹੈ। ਸੋ ਇਹਨਾਂ ਨੇ ਐਗਜ਼ੈਕਟ ਯੂ ਟਰਨ ਲੈ ਲਿਆ।
ਸੋ ਪ੍ਰਾਇੋਰਟੀ ਜਿਹੜੀ ਹੈ ਉਹ ਸਿਰਫ ਆਪਣੀ ਕੁਰਸੀ ਰਹਿ ਗਈ ਹੈ, ਤਾਂ ਕਰਕੇ ਹੀ ਲੋਕੀ ਜਿਹੜੇ ਆ ਇਹਨਾਂ ਤੋਂ ਮੁੱਖ ਮੋੜ ਰਹੇ ਆ ਤੇ ਇਸ ਚੀਜ਼ ਨੂੰ ਸਮਝ ਨਹੀਂ ਰਹੇ ਆ। ਵਿਰਸਾ ਜੀ ਦਾ ਇੱਥੇ ਬੈਠ ਕੇ ਬੋਲ ਰਹੇ ਆ ਕਿ ਫੈਡਰਲਿਜ਼ਮ ਲਈ ਅਸੀਂ ਖੜੇ ਆ, ਲੇਕਿਨ ਇਹਨਾਂ ਦਾ ਜਿਹੜਾ ਪ੍ਰਧਾਨ ਜੀ ਤੇ ਇਹਨਾਂ ਦੀ ਹੋਰ ਲੀਡਰਸ਼ਿਪ ਹੈ ਉਹ ਫੈਡਰਲਿਜ਼ਮ ਲਈ ਨਹੀਂ ਖੜੀ। ਉਹਨਾਂ ਦੀਆਂ ਜਿਹੜੀਆਂ ਕਥਨੀਆਂ ਕਰਨੀਆਂ ਉਹ ਬਿਲਕੁਲ ਰਿਵਰਸ ਹੈ, ਉਹਦੇ ਉਲਟ ਸਭ ਕੁਝ ਦਿਖ ਰਿਹਾ। ਇਹਨਾਂ ਦੇ ਬੋਲਣ ਨਾਲ ਗੱਲ ਨਹੀਂ ਬਣੇਗੀ। ਸੋ ਮੈਂ ਤਾਂ ਚਾਹੁੰਦਾ ਕਿ ਬਈ ਇਹ ਇਸ ਘੱਟੋ ਘੱਟ ਸੱਚ ਬੋਲਣ, ਇਹ ਕਹਿਣ ਕਿ ਸਾਡੀ ਲੀਡਰਸ਼ਿਪ ਸਾਡੀ ਨਹੀਂ ਸੁਣ ਰਹੀ, ਕਿ ਅਸੀਂ ਚਾਹ ਰਹੇ ਹਾਂ ਫੈਡਰਲਿਜ਼ਮ ਤੇ ਅਕਾਲੀ ਦਲ ਖੜਾ ਹੋਵੇ, ਲੇਕਿਨ ਇਹਨਾਂ ਦੀ ਲੀਡਰਸ਼ਿਪ ਨਹੀਂ ਮੰਨ ਰਹੀ। ਇਹਨਾਂ ਦੀ ਲੀਡਰਸ਼ਿਪ ਬੀਜੇਪੀ ਦੇ ਨਾਲ ਖੜੀ ਦਿਖ ਰਹੀ ਹੈ ਸਾਨੂੰ। ਸੋ ਇਹ ਜਿਹੜਾ ਦੋ ਮਤਲਬ ਡਿਊਲ ਫੇਸ ਜਿਹੜਾ ਹੈਗਾ ਜੀ ਤੁਸੀਂ ਅਮਰਿੰਦਰ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਬੀਜੇਪੀ ਦੇ ਨਾਲ ਖੜੀ ਹੈ। ਵਲਟੋਆ ਜੀ ਕਹਿ ਰਹੇ ਕਿ ਬੀਜੇਪੀ ਦੇ ਨਾਲ ਸਾਡਾ ਪਹਿਲਾਂ ਵੀ ਰਿਸ਼ਤਾ ਸੀ, ਹੁਣ ਵੀ ਆ ਤੇ ਰਹੇਗਾ। ਪੋਲੀਟੀਕਲ ਤੌਰ ਤੇ ਸਾਡੀ ਸਾਂਝ ਉਸੇ ਤਰੀਕੇ ਨਾਲ ਕਾਇਮ ਹੈ। ਜਿਹੜੇ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਇਹਨਾਂ 'ਚ ਕੋਈ ਸੱਚਾਈ ਨਹੀਂ ਹੈ। ਦੇਖੋ ਜੀ ਸਦਕੇ ਜੇ ਆਪਣਾ ਡਿਊਲ ਫੇਸ ਰੱਖਣਗੇ, ਲੋਕਾਂ ਨੂੰ ਵਿਲਸਾ ਸਿੰਘ ਵਲਟੋਆ ਵਰਗੇ ਬੰਦਿਆਂ ਨੂੰ ਕਹਿ ਦੇਣਗੇ ਕਿ ਤੁਸੀਂ ਪ੍ਰਚਾਰ ਕਰੋ ਅਸੀਂ ਫੈਡਰਲਿਜ਼ਮ ਲਈ ਲੜ ਰਹੇ ਹਾਂ, ਉਧਰ ਜਿਹੜੀਆਂ ਵੋਟਾਂ ਪਾਣੀਆਂ ਫੈਡਰਲਿਜ਼ਮ ਦੇ ਉਲਟ ਪਾਣਗੇ ਤੇ ਅਕਾਲੀ ਦਲ ਬੀਜੇਪੀ ਦਾ ਜਿਹੜਾ ਸਾਂਝ ਹੈ ਬਣੀ ਰਹੇਗੀ। ਜੇਕਰ ਅਕਾਲੀ ਦਲ ਸਿਧਾਂਤ ਦੀ ਗੱਲ ਕਰੇਗਾ ਤਾਂ ਬੀਜੇਪੀ ਨਾਲ ਸਾਂਝ ਟੁੱਟੇਗੀ। ਸੋ ਇਹ ਚੀਜ਼ਾਂ ਤਾਂ ਸਾਨੂੰ ਦੇਖਣ ਨੂੰ ਮਿਲਣਗੀਆਂ। ਉਹ ਇਹੀ ਤਾਂ ਮਤਲਬ ਜਿਹੜਾ ਦੋਹਰਾ ਚਿਹਰਾ ਜਿਹੜਾ ਹੈਗਾ ਉਸਨੇ ਸਾਰਾ ਕੰਮ ਵਿਗਾੜਿਆ ਹੋਇਆ, ਮੇਰਾ ਇਹ ਮੰਨਣਾ ਹੈ। ਜੀ ਚਲੋ ਤੁਹਾਡੀ ਗੱਲ ਆ ਗਈ ਜੀ। ਸੰਧੂ ਸਾਹਿਬ ਤੁਸੀਂ ਪਹਿਲਾਂ ਵੀ ਬ੍ਰੇਕ ਤੋਂ ਪਹਿਲਾਂ ਇਸ ਮੁੱਦੇ ਤੇ ਚਰਚਾ ਕਰ ਰਹੇ ਸੀਗੇ ਜੀ। ਅਕਾਲੀ ਦਲ ਖਾਸ ਤੌਰ ਤੇ ਜੇ ਆਪਾਂ ਫੈਡਰਲ ਸਿਸਟਮ ਦੀ ਗੱਲ ਕਰਦੇ ਹਾਂ, ਦੂਜੀ ਸਵਾਲ ਹੈ ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਤੇ ਡੇਰਾ ਮੁਖੀ ਦੇ ਮਾਮਲੇ 'ਚ, ਉਹਦੇ 'ਚ ਅਕਾਲੀ ਦਲ ਦਾ ਕਹਿਣਾ ਕਿ ਸਾਡਾ ਕੋਈ ਇਹਨਾਂ ਮਾਮਲਿਆਂ ਨਾਲ ਲੈਣਾ ਦੇਣਾ ਨਹੀਂ। ਅਕਾਲੀ ਦਲ ਤੇ ਇਦਾਂ ਦੇ ਐਲੀਗੇਸ਼ਨ ਜਾਂ ਲਾਂਛਨ ਜਿਹੜੇ ਲਗਾਏ ਗਏ ਆ ਤੇ ਫੈਡਰਲ ਸਿਸਟਮ ਤੇ ਅਕਾਲੀ ਦਲ ਅੱਜ ਵੀ ਪਹਿਰਾ ਦੇ ਰਿਹਾ। ਸੰਧੂ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਦਾਅਵੇ ਨੂੰ? ਪਹਿਲਾਂ ਤਾਂ ਮੈਂ ਇਸ ਚੀਜ਼ ਨੂੰ ਥੋੜਾ ਜਿਹਾ ਭਾਈ ਅਮਰਿੰਦਰ ਸਿੰਘ ਵਾਲੀ ਗੱਲ ਨੂੰ ਅੱਗੇ ਵਧਾਉਣਾ ਕਿ ਇੱਕ ਪਾਸੇ ਅਕਾਲੀ ਦਲ ਕਹਿ ਰਿਹਾ ਕਿ ਸਾਡਾ ਕੋਈ ਰੋਲ ਨਹੀਂਗਾ, ਲੇਕਿਨ ਜਦੋਂ ਸਰਕਮਸਟੈਂਸ਼ੀਅਲ ਐਵੀਡੈਂਸ ਦੇਖਦੇ ਆ ਤਾਂ ਜਥੇਦਾਰ ਗੁਰਮੁਖ ਸਿੰਘ ਜੀ ਹੋਰਾਂ ਨੇ ਪ੍ਰੈਸ ਦੇ ਸਾਹਮਣੇ ਇਹ ਕਿਹਾ ਕਿ ਸਾਨੂੰ ਸੀਐਮ ਹਾਊਸ 'ਚ ਬੁਲਾਇਆ ਗਿਆ ਤੇ ਉੱਥੇ ਜਥੇਦਾਰਾਂ ਨੂੰ ਸੱਚੇ ਸੌਦੇ ਵਾਲੇ ਨੂੰ ਕੀ ਨਾਂ ਸੀ ਉਹਦਾ MSG ਨੂੰ ਮਾਫੀ ਦੇਣ ਵਾਸਤੇ ਕਿਹਾ ਗਿਆ। ਠੀਕ ਹੈ ਰਾਮ ਰਹੀਮ ਨੂੰ, ਤੇ ਜੇ ਰਾਮ ਰਹੀਮ ਨੂੰ ਉਹਨੂੰ ਮਾਫੀ ਕਿਉਂ ਦਵਾਈ ਜਾਂਦੀ ਆ? ਅਕਾਲੀ ਦਲ ਦਾ ਕੀ ਇੰਟਰਸਟ ਸੀਗਾ? ਸੁਖਬੀਰ ਸਿੰਘ ਬਾਦਲ ਦਾ ਕੀ ਇੰਟਰਸਟ ਸੀ? ਇਹਨਾਂ ਨੇ ਕਦੇ ਕਲੀਅਰ ਨਹੀਂ ਕੀਤਾ। ਦੂਸਰੀ ਗੱਲ ਵਲਟੋਆ ਸਾਹਿਬ ਨੇ ਇਹ ਕਹੀ ਹੈ ਕਿ 2007 ਦੇ ਵਿੱਚ MSG ਵਾਲਿਆਂ ਨੇ, ਸੱਚੇ ਸੌਦੇ ਵਾਲਿਆਂ ਨੇ 2007 ਦੇ ਵਿੱਚ ਕਾਂਗਰਸ ਦੀ ਸਪੋਰਟ ਕੀਤੀ, ਲੇਕਿਨ 2009 ਦੇ MP ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੀ ਸਪੋਰਟ ਕੀਤੀ। ਉਹ ਇਹ ਦੱਸਣਾ ਭੁੱਲ ਗਏ। ਬਿਲਕੁਲ ਗਲਤ ਗੱਲ, ਬਿਲਕੁਲ ਗਲਤ ਗੱਲ, ਬਿਲਕੁਲ ਗਲਤ ਗੱਲ। ਝੂਠ ਨਾ ਬੋਲੋ, ਝੂਠ ਨਾ ਬੋਲੋ, ਝੂਠ ਨਾ ਬੋਲੋ। ਮੇਰੇ ਕੋਲ ਝੂਠ ਬੋਲ ਰਹੇ ਤੁਸੀਂ, ਬਿਲਕੁਲ ਝੂਠ ਬੋਲ ਰਹੇ ਜੇ, ਬਿਲਕੁਲ ਝੂਠ ਬੋਲ ਰਹੇ ਜੇ, ਬਿਲਕੁਲ ਝੂਠ ਬੋਲ ਰਹੇ ਜੇ। ਅਕਾਲੀ ਦਲ ਕੋਲ ਆ ਇਹ ਮੈਂ ਤੁਸੀਂ ਤੁਹਾਡੇ ਦਾ ਫਸਵਾ ਕਰਦਾ ਇਹ ਨਾ ਕਰੋ, ਝੂਠ ਬੋਲੀ ਜਾਂਦੇ ਆ। ਤੁਹਾਡੀ ਗੱਲ ਜਿਹੜੀ ਆਪਣੀ ਜਗ੍ਹਾ ਤੇ ਹੈ ਜੀ। ਸੰਧੂ ਸਾਹਿਬ ਨੂੰ ਆਪਣੀ ਗੱਲ ਮੁਕੰਮਲ ਕਰ ਲੈਣ ਤੇ ਫਿਰ ਤੁਹਾਡੇ ਵੱਲ ਆਉਣਾ। ਸੰਧੂ ਸਾਹਿਬ ਝੂਠ ਦਾ ਠੇਕਾ ਲਿਆ 2015 ਤੱਕ ਗਰਾਊਂਡ ਦੇ ਵਿੱਚ ਲੋਕਾਂ ਨੂੰ ਕਲੀਅਰ ਪਤਾ ਹੈ ਕਿ ਜਿਹੜਾ ਬੰਦਾ ਵੀ ਸਿੱਖ ਮਾੜੀ ਮੋਟੀ ਵੀ ਸੱਚੇ ਸੌਦੇ ਵਾਲੇ ਦੇ ਖਿਲਾਫ ਫੇਸਬੁੱਕ ਤੇ ਪੋਸਟ ਪਾ ਦਿੰਦਾ ਸੀ, ਉਹਦੇ ਖਿਲਾਫ ਨਾਲ ਦੀ ਨਾਲ ਪਰਚਾ ਹੋ ਜਾਂਦਾ ਸੀਗਾ। ਇੰਨਾ ਤਸ਼ੱਦਦ ਅਕਾਲੀ ਦਲ ਦੀ ਸਰਕਾਰ ਨੇ ਸਿੱਖਾਂ ਤੇ ਕੀਤਾ 5-6 ਸਾਲ। MSG ਫਿਲਮ ਦਿਖਾਉਣ ਪਿੱਛੇ ਕਿਉਂ ਝੂਠ ਬੋਲਣਾ ਠੇਕਾ ਲਿਆ ਜੀ? ਅਲਟੀਮੇਟਲੀ ਕੋਈ ਕੇਸ ਲਿਆਓ, ਇੱਕ ਕੇਸ ਲਿਆਓ, ਕੋਈ ਅਜਿਹਾ ਪੋਸਟ ਵਾਲਾ ਜਿੱਤੇ ਪੋਸਟ ਤੇ ਪਰਚਾ ਹੋਇਆ ਹੋਵੇ। ਇਹ ਮੈਂ ਝੂਠਾ ਚਲੋ ਬਟਵਾ ਜੀ ਇਹਨਾਂ ਨੂੰ ਆਪਣੀ ਗੱਲ ਜੇ ਮੈਂ ਸਬੂਤ ਤੁਸੀਂ ਅਸਤੀਫਾ ਦੇਵੋਗੇ? ਝੂਠ ਬੋਲੀ ਜਾਂਦੇ ਆ। ਜੇ ਮੈਂ ਸਬੂਤ ਦੇਣਾ ਗੱਲਾਂ ਮਾਰੀ ਜਾਂਦੇ ਆ। ਜਿਹੜਾ ਇਹਨਾਂ ਨੇ ਗੱਲ ਕੀਤੀ ਜੀਵਨੀ ਚੋਣ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਅਮਰਿੰਦਰ ਸਿੰਘ ਦੀ ਵਕਾਰੀ ਸੀਟ ਦਾਖਾ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵਕਾਰੀ ਸੀਟ ਜਲਾਲਾਬਾਦ, ਦੋਵਾਂ ਪਾਰਟੀਆਂ ਨੂੰ ਸ਼ੀਸ਼ਾ ਵਿਖਾਇਆ। ਜਿਹੜੀ ਦਾਖਾ ਵਾਲੀ ਸੀਟ ਹੈ ਜਿੱਥੇ ਕਮਾਲ ਹੋ ਗਈ ਹੈ, ਲੱਗਿਆ ਸੀ ਕੈਪਟਨ ਅਮਰਿੰਦਰ ਸਿੰਘ, ਕਮਾਲ ਹੋ ਗਈ ਹੈ। ਜਿਮਣੀ ਚੋਣ ਤੇ ਸਰਕਾਰ ਹੋਵੇ ਤੇ ਫਿਰ ਜੇ ਪਤਾ ਨਹੀਂ ਕਿੱਥੇ ਮੈਸੇਜ ਕਰਦੇ ਜੇ ਜਿੱਤਣ ਦਾ ਕਾਹਦੇ ਐਕਸਪਰਟ ਜੇ ਦਾਖਾ ਐਕਸਪਰਟ ਨੇ ਸੀਟ ਜਿੱਤਣ ਦਾ ਕ੍ਰੈਡਿਟ ਰਾਜਨੀਤੀ ਦੇ ਸੁਖਬੀਰ ਸਿੰਘ ਬਾਦਲ ਦੀ ਵਕਾਰੀ ਸੀਟ ਸੀਗੀ। ਰਾਜਨੀਤੀ ਦੇ ਐਕਸਪਰਟ ਆ ਗਏ ਜੀ। ਹੋਣ ਦੀ ਕੋਸ਼ਿਸ਼ ਜੀ ਹੋਣ ਦੀ ਕੋਸ਼ਿਸ਼ ਕਮਾਲ ਹੋ ਗਈ। ਗੱਲ ਕਰ ਲੈਂਦੇ ਮੈਂ ਤੁਹਾਡੇ ਵੱਲ ਵੀ ਆਣਾ। ਕਮਾਲ ਹੋ ਗਈ, ਇਹ ਮੈਸੇਜ ਕਰਨਗੇ ਜੀ। ਸੰਧੂ ਸਾਹਿਬ ਜਲਾਲਾਬਾਦ ਸੰਧੂ ਸਾਹਿਬ ਜਿਹੜੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਆਪਦੀ ਸੀਟ ਸੀ,
ਤੇ ਜਿਹੜੀ ਸੀਟ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰ ਪਿੰਡ ਦੇ ਵਿੱਚ ਜਿਹੜੀਆਂ ਸੀਸੀ ਰੋਡ ਦਾ ਤਾਂ ਨੈਟਵਰਕ ਬੜਾ ਤਗੜਾ ਵਿਛਾਇਆ ਸੀ, ਉਹ ਸੀਟ ਇਹ ਕਿਉਂ ਹਾਰਦੇ ਆ? ਅਸਲ 'ਚ ਲੋਕਾਂ ਨੇ ਕੀ ਕੀਤਾ, ਲੋਕਾਂ ਨੇ ਕੈਪਟਨ ਲੋਕਾਂ ਨੇ ਸਲਾਹ ਕਰਕੇ ਕੀਤਾ ਸਾਰਾ ਕੁਝ ਹੈ, ਸਿੰਘ ਬਾਦਲ ਦੀ ਲੋਕਾਂ ਨੇ ਮੀਟਿੰਗ ਕਰਕੇ ਕੀਤਾ ਹੈ ਸਾਰਾ ਕੁਝ। ਨਕਾਰਿਆ। ਕਿਉਂ ਝੂਠ ਮਾਰੀ ਜਾਂਦੇ ਜੀ? ਕੋਈ ਐਕਸੈਸ ਕਰੋ, ਕੋਈ ਚੱਜ ਦਾ ਕਰੋ, ਗੱਲ ਕਰੋ। ਚਲੋ ਬਲਟੋਆ ਜੀ ਉਹਨਾਂ ਦੇਖੋ ਆਪਣੀ ਗੱਲ, ਬਲਟੋਆ ਜੀ ਉਹਨਾਂ ਨੇ ਆਪਣੀ ਗੱਲ ਕਹਿਣੀ ਹੈ, ਤੁਸੀਂ ਆਪਣੀ ਗੱਲ ਕਹਿਣੀ ਹੈ। ਚਲੋ ਕੋਈ ਗੱਲ ਨਹੀਂ, ਤੁਹਾਨੂੰ ਮੈਂ ਮੌਕਾ ਦਿੰਦਾ ਜੀ, ਤੁਹਾਡੇ ਵੱਲ ਆਣਾ ਬਲਟੋਆ ਸਾਹਿਬ, ਤੁਹਾਡੇ ਵੱਲ ਆਣਾ। ਕੋਈ ਗੱਲ ਥੋੜੀ ਜਿਹੀ ਤੁਹਾਡੇ ਵੱਲ ਆਣਾ। ਸਿਆਸੀ ਗੱਲ ਕਰਨ ਸਿੱਧੂ ਸਾਹਿਬ, ਜਿਹੜੇ ਬੰਦੇ ਨੂੰ ਸਿਆਸੀ ਗੱਲ ਕਰਨ, ਜੋ ਕੁਛ ਹੈ ਸਹੀ ਬੋਲੋ। ਚਲੋ ਬਲਟੋਆ ਜੀ ਉਹਨਾਂ ਨੇ ਆਪਣੀ ਗੱਲ ਕੀਤੀ ਹੈ, ਆਪਣੀ ਗੱਲ ਕੀਤੀ ਹੈ। ਮੈਂ ਕਿਹਾ ਸੀ ਤੁਹਾਨੂੰ ਮੈਂ 5 ਪਰਚੇ ਦਿਖਾ ਦੂੰਗਾ, ਕੀ ਇਸਤੀਫਾ ਦਿਓਗੇ? ਬੋਲੋ, ਕਰੋ ਚੈਲੰਜ ਇਸ ਗੱਲ ਦਾ, ਮੈਂ ਦਿਖਾਊਂਗਾ ਤੁਹਾਨੂੰ। ਉਹਦਾ ਕੋਈ ਝੂਠ, ਮੈਂ ਨਹੀਂ ਕਹਿੰਦਾ ਕਿ ਕਿਤੇ ਪਰਚਾ ਨਾ ਹੋਇਆ ਹੋਊਗਾ, ਕੋਈ ਕਾਰਨ ਹੋਰ ਹੋਊਗਾ। ਕਿਸੇ ਦੇ ਪੋਸਟ ਕਰਕੇ ਪਰਚਾ ਨਹੀਂ ਹੋਇਆ, ਕਿਸੇ ਦੇ ਉੱਤੇ ਪੋਸਟ ਕਰਕੇ ਨਹੀਂ ਹੋਇਆ, ਕੋਈ ਕਾਰਨ ਉਹਦਾ ਹੋਰ ਹੋਊਗਾ। ਹੁਣ ਕਿਉਂ ਗੱਲ ਬਦਲਦੀ? ਜੀ ਸੰਧੂ ਸਾਹਿਬ, ਚਲੋ ਥੈਂਕ ਯੂ ਵੈਰੀ ਮਚ, ਤੁਸੀਂ ਆਪਣੀ ਗੱਲ ਬਿਲਕੁਲ ਆਪਣੀ ਗੱਲ ਕਹਿ ਰਹੀ ਹੈ। ਬਲਟੋਆ ਜੀ ਜਿਸ ਮਾਮਲੇ ਤੇ ਸੰਧੂ ਸਾਹਿਬ ਨੇ ਕਿਹਾ, ਦੇਖੋ ਤੁਸੀਂ ਵਿੱਚੋਂ ਵੀ ਉਹ ਕਹਿੰਦੇ ਕਿ ਟੋਕਦੇ ਰਹੇ ਹੋ, ਉਹ ਕਹਿੰਦੇ ਇਦਾਂ ਦੀਆਂ ਪ੍ਰਸਥਿਤੀਆਂ, ਇਦਾਂ ਦੇ ਸਬੂਤ ਹੈਗੇ ਆ। ਜਦੋਂ ਆਪਾਂ ਡੇਰਾ ਮਾਫੀ ਦੀ ਗੱਲ ਕਰਦੇ ਹਾਂ, ਉਹਨਾਂ ਮੁੱਦਿਆਂ ਤੇ ਗੱਲ ਕਰਦੇ ਹਾਂ ਜਿਹਦੇ ਸਾਫ਼ ਅਕਾਲੀ ਦਲ ਜਿਹੜਾ ਹੈਗਾ ਡੇਰਾ ਮੁਖੀ ਦੇ ਨਾਲ ਉਹਨਾਂ ਨੂੰ ਬਚਾਉਣ ਲਈ ਖੜਾ ਨਜ਼ਰ ਆ ਰਿਹਾ ਸੀ। ਇਹ ਗੱਲ ਕਹੀ ਹੈ ਸੰਧੂ ਸਾਹਿਬ ਨੇ, ਜਿਹਦੇ ਕਰਕੇ ਜਿਹੜਾ ਹੈਗਾ ਅਕਾਲੀ ਦਲ ਨੂੰ ਐਡਾ ਵੱਡਾ ਝਟਕਾ ਲੱਗਿਆ। ਉਹ ਕਹਿੰਦੇ ਇਕੱਲੀ ਸਾਜ਼ਿਸ਼ ਦੀ ਗੱਲ ਨਹੀਂ ਹੈ, ਅਕਾਲੀ ਦਲ ਭੁਗਤ ਭੋਗੀ ਆ। ਅਮਰਿੰਦਰ ਹੋਣਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਆ ਸੁਖਬੀਰ ਬਾਦਲ ਆਪਣਾ ਲਾਈਵ ਟੈਸਟ ਕਰਾਉਣ ਨਾ ਕਿ ਵੀ ਉਹ ਮਿਲੇ ਆ ਡੇਰੇ ਵਾਲਿਆਂ ਨੂੰ ਕਿ ਨਹੀਂ ਮਿਲੇ। ਇਹ ਸਵਾਲ ਇਹ ਉੱਠ ਰਹੇ ਆ, ਜਿਹਦੇ ਕਰਕੇ ਢੀਂਡਸਾ ਜਾਂ ਇੱਦਾਂ ਦੇ ਲੋਕਾਂ ਵਾਲੇ ਪਾਸੇ ਜਿਹੜਾ ਹੈਗਾ ਕੁਝ ਲੋਕਾਂ ਦਾ ਧਿਰਾਂ ਦਾ ਝੁਕਾਅ ਜਿਹੜਾ ਬਣ ਰਿਹਾ। ਜੀ ਬਲਟੋਆ ਜੀ ਹੁਣ ਆਪਣੀ ਗੱਲ ਕਹਿ ਸਕਦੇ ਹੋ। ਦੇਖੋ ਮੁੱਕਦੀ ਜੀ ਗੱਲ ਹੈ, ਬਕਾਇਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੈ, ਉਹਦੇ 'ਚ ਪ੍ਰਬੋਧ ਕੁਮਾਰ ਜੀ ਉਹਦੇ ਹੈੱਡ ਨੇ, ਜਿਹੜੇ ਡੀਜੀਪੀ ਨੇ, ਤੇ ਵੱਖ-ਵੱਖ ਉਹਦੇ 'ਚ ਮੈਂਬਰ ਨੇ, ਜਿਨ੍ਹਾਂ 'ਚ ਕੁੰਵਰ ਵਿਜੇ ਪ੍ਰਤਾਪ ਵੀ ਇੱਕ ਮੈਂਬਰ ਹੈ। ਔਰ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਗਈ ਹੈ, ਜਿਸ ਤਰੀਕੇ ਦਾ ਰੁਖ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਿਖਾਇਆ ਆ ਪੱਖਪਾਤੀ, ਤੇ ਤੁਹਾਡੇ ਸਾਹਮਣੇ ਆ ਕਿ ਇਹ ਪ੍ਰਬੋਧ ਕੁਮਾਰ ਤੇ ਉਹਨਾਂ ਦੇ ਸਾਥੀਆਂ ਨੇ, ਬਾਕੀ ਸਮੁੱਚੀ ਟੀਮ ਨੇ ਇਸ ਗੱਲ ਦਾ ਇਤਰਾਜ਼ ਕੀਤਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਪੱਖਪਾਤੀ ਕਰ ਰਹੇ ਆ। ਕੀਤਾ ਕਿ ਨਹੀਂ ਕੀਤਾ? ਔਨ ਰਿਕਾਰਡ ਹੈ। ਔਰ ਦੂਸਰੀ ਗੱਲ ਜਿਹੜੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ, ਉਹਨਾਂ ਨੂੰ ਸੱਦਿਆ ਗਿਆ, ਪੇਸ਼ ਹੋਏ। ਜੇ ਐਸਆਈਟੀ ਚਾਹੂਗੀ ਕਿ ਲਾਈ ਡਿਟੈਕਟਿਵ ਟੈਸਟ ਚਾਹੀਦਾ ਆ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਕਦੇ ਨਾ ਨਹੀਂ ਕਰਨਗੇ। ਚਲੋ ਉਹਨਾਂ ਨੌਜਵਾਨਾਂ ਨੂੰ ਓਕੇ, ਤੁਹਾਡਾ ਟੀਮ ਨੇ ਕਿਹਾ ਕਿ ਤੁਸੀਂ ਲਾਈ ਡਿਟੈਕਟਿਵ ਟੈਸਟ ਕਰਾਓ। ਮੇਰੇ ਇੱਕ ਮਿੰਟ ਜੀ, ਇੱਕ ਗੱਲ ਮੈਨੂੰ ਪੂਰੀ ਕਰਨੀ, ਤੁਹਾਡੀ ਗੱਲ ਆ ਗਈ ਮੇਰੇ ਕੋਲੇ। ਬੜੇ ਸੀਰੀਅਸ ਐਲੀਗੇਸ਼ਨ ਲੱਗੇ ਨੇ, ਗੱਲ ਤਾਂ ਪੂਰੀ ਕਰਨ ਦਿਓ ਨਾ ਜੀ ਸਾਹਿਬ, ਇਤਨਾ ਨਾ ਕਰੋ ਜੀ, ਤੁਸੀਂ ਗੱਲ ਪੂਰੀ ਕਰਨ ਦਿਓ, ਗੱਲ ਪੂਰੀ ਕਰਨ ਦਿਓ, ਸੱਦਿਆ ਕਰੋ। ਤਿੰਨ ਜਣੇ ਲੱਗੇ ਨੇ, ਮੈਨੂੰ ਤਾਂ ਗੱਲ ਪੂਰੀ ਕਰਨ ਦਿਓ। ਕਰੋ। ਹੁਣ ਜਿਹੜੀ ਗੱਲ ਹੈ, ਸਰਦਾਰ ਅਮਰਿੰਦਰ ਸਿੰਘ ਹੋਰਾਂ ਗੱਲ ਕੀਤੀ ਹੈ ਕਿ ਅਕਸ਼ੈ ਕੁਮਾਰ ਜਿਹੜਾ ਫਿਲਮੀ ਐਕਟਰੈਸ ਆ, ਉਹਦੇ ਘਰੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜਾ ਡੇਰੇ ਸਰਸਾ ਮੁਖੀ ਉਹਦੇ ਨਾਲ ਮੀਟਿੰਗ ਹੋਈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਖੰਡਨ ਹੀ ਕੀਤਾ ਜੀ, ਖੰਡਨ ਇੱਕ ਵਾਰ ਅਨੇਕਾਂ ਵਾਰਾਂ। ਔਰ ਇਨਵੈਸਟੀਗੇਸ਼ਨ ਦੇ ਵਿੱਚ ਵੀ ਸਵਾਲ ਉੱਠਿਆ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ Z+ ਸਿਕਿਉਰਿਟੀ ਮੈਨੂੰ ਮਿਲੀ ਹੋਈ ਹੈ, ਮੇਰੀ ਹਰ ਮੂਵਮੈਂਟ, ਮੈਂ ਦੁਪਹਿਰੇ ਕਿੱਥੇ ਆ, ਸ਼ਾਮੀ ਕਿੱਥੇ ਆ, ਘੰਟਾ ਪਹਿਲੋਂ ਕਿੱਥੇ ਸੀ, ਘੰਟਾ ਬਾਅਦ, ਸਾਰਾ ਕੁਝ ਜਿਹੜਾ ਆ ਉਹਦਾ ਬਕਾਇਦਾ ਜਿਹੜਾ ਰਿਕਾਰਡ ਤਿਆਰ ਹੁੰਦਾ। Z+ ਸਿਕਿਉਰਿਟੀ ਜਿਹੜੀ ਹੈ ਕਿਸੇ ਨੂੰ ਪ੍ਰਧਾਨ ਮੰਤਰੀ ਨੂੰ ਨਹੀਂ ਛੱਡਦੀ, ਉਹਦੀ ਵੀ ਹਰੇਕ ਤਰ੍ਹਾਂ ਦੀ ਜਿਹੜੀ ਹੈ ਉਹਦੀ ਐਕਟੀਵਿਟੀ ਜਿਹੜੀ ਹੈ ਦਰਜ ਕਰਦੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ। ਚਲੋ ਹੁਣ ਗੱਲ ਆ ਗਈ, ਹੁਣ ਤਾਂ ਤੁਹਾਡੀ ਗੱਲ, ਇੱਕ ਮਿੰਟ ਜੀ, ਗੱਲ ਤਾਂ ਪੂਰੀ ਕਰ ਦਿਓ ਬਲਟੋਆ ਜੀ। ਹੁਣ ਤਾਂ ਤੁਹਾਡੀ ਗੱਲ ਆ ਗਈ, ਮੇਰੇ ਤੋਂ ਗੱਲ ਪੂਰੀ ਕਰ ਦਿਓ। ਮੈਂ ਕਿੱਥੋਂ ਆ ਗਈ ਗੱਲ ਜੀ? ਪਲੀਜ਼ ਨਹੀਂ, ਇਹ ਤਾਂ ਬੜੀ ਲੰਬੀ ਚੌੜੀ ਆਪਾਂ ਘੰਟਾ ਬਹਿਸ ਕਰ ਸਕਦੇ ਹਾਂ। ਮੈਂ ਚਾਹੁੰਦਾ ਕਿ ਇੱਕ ਅੱਧੇ ਮੁੱਦੇ ਤੇ ਤੁਸੀਂ ਆਪਣੀ ਗੱਲ ਹੋਰ ਵੀ ਨਾਲ ਜਵਾਬ ਦੇ ਦਿਓ। ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਜਿਹੜੀਆਂ ਪ੍ਰਸਥਿਤੀਆਂ ਬਣੀਆਂ ਹੈਗੀਆਂ, ਤੁਹਾਨੂੰ ਲੱਗਦਾ ਜਦੋਂ ਆਪਾਂ ਜਿਸ ਗੱਲ ਤੇ ਗੱਲ ਸ਼ੁਰੂ ਕੀਤੀ ਹੈ, ਜਿੱਥੋਂ ਆਪਾਂ ਗੱਲ ਕਰਦੇ ਹਾਂ ਸੁਖਦੇਵ ਸਿੰਘ ਢੀਂਡਸਾ ਦੀ, ਜੋ ਪ੍ਰਸਥਿਤੀਆਂ, ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦੇ ਲੋਕ ਜਾਂ ਪੰਥਕ ਧਿਰਾਂ ਨੂੰ ਕੋਈ ਹੰਗਾਰਾ ਨਹੀਂ ਦੇਣਗੇ? ਜੋ ਤੁਸੀਂ ਸਮਝਦੇ ਹੋ, ਮੈਂ ਇਸ ਮੁੱਦੇ ਤੇ ਗੱਲ ਲਿਆ ਕੇ ਜਿਹੜੀ ਹੈਗੀ ਆ ਤੋੜਾ ਝਾੜਨਾ ਚਾਹੁੰਦਾ। ਤੁਸੀਂ ਆਪਣੀ ਗੱਲ ਕਰੋ ਪਰ ਸੰਖੇਪ ਦੇ ਵਿੱਚ ਪਲੀਜ਼। ਜਿਹੜੀ ਗੱਲ ਵਾਰ-ਵਾਰ ਕੀਤੀ ਜਾਂਦੀ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੀਐਮ ਹਾਊਸ ਸੱਦਿਆ ਗਿਆ ਤੇ ਉੱਥੇ ਡਾਇਰੈਕਸ਼ਨ ਦਿੱਤੀ ਗਈ, ਇਹ ਵੀ ਝੂਠ। ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਹਰੇਕ ਪੱਖ ਤੋਂ ਇਨਕੁਆਇਰੀ ਕਰ ਲਈ, ਕਿਉਂਕਿ ਸਿੱਧੂ ਸਾਹਿਬ ਤੁਹਾਨੂੰ ਤਾਂ ਘੱਟੋ ਘੱਟ ਇਸ ਗੱਲ ਦਾ ਪਤਾ ਹੈ ਕਿ ਕੋਈ ਵੀ ਵਿਅਕਤੀ ਚਾਹੇ ਵੱਡੇ ਤੋਂ ਵੱਡਾ ਹੋਵੇ, ਹਰੇਕ ਦੀ ਜਿਹੜੀ ਸੀਐਮ ਹਾਊਸ ਦੇ ਵਿੱਚ ਐਂਟਰੀ ਆ ਉਹ ਬਕਾਇਦਾ ਇੰਦਰਾਜ ਹੁੰਦੀ ਹੈ, ਕਿਸੇ ਨੂੰ ਕੋਈ ਨਹੀਂ ਬਖਸ਼ਦਾ। ਜੀ ਬਿਲਕੁਲ ਅਕਾਲੀ ਦਲ ਜਿਹੜੀ ਉਹ ਸਮਝ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਬਣਾਇਆ ਸੀ। ਉਹਨਾਂ ਨੇ ਇਸ ਪੱਖ ਤੋਂ ਵੀ ਜਿਹੜਾ ਪ੍ਰਚਾਰ ਕੀਤਾ ਗਿਆ ਸੀ ਕਿ
ਜੈਦਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੁੱਖ ਮੰਤਰੀ ਹਾਊਸ ਤੇ ਸੱਦ ਕੇ ਜਿਹੜੀ ਜਿਸ ਤਰ੍ਹਾਂ ਦੀ ਗੁਰਮੁਖ ਸਿੰਘ ਹੋਰਾਂ ਬਾਰੇ ਗੱਲ ਕੀਤੀ ਗਈ ਕਿ ਉਹਨਾਂ ਨੇ ਦਾਅਵਾ ਕੀਤਾ ਸੀ, ਉਸ ਪੱਖੋਂ ਉਹਨਾਂ ਨੇ ਪੜਤਾਲ ਕੀਤੀ, ਇਨਕੁਆਇਰੀ ਕੀਤੀ, ਔਰ ਇਨਕੁਆਇਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਤੱਥ ਸਾਹਮਣੇ ਨਹੀਂ ਆਇਆ। ਔਰ ਤੁਸੀਂ ਵੀ ਸਿਆਣੇ ਜੇ ਕਿ ਉੱਥੇ ਕਿਸੇ ਤਰ੍ਹਾਂ ਦੇ ਕਿਸੇ ਦੀ ਵੀ ਐਂਟਰੀ ਹੁੰਦੀ, ਚਾਹੇ ਗੱਡੀ ਦੀ ਹੁੰਦੀ, ਚਾਹੇ ਬੰਦੇ ਦੀ ਹੁੰਦੀ ਹੈ, ਹਰੇਕ ਦਾ ਉੱਥੇ ਅੰਦਰਾਜ ਹੁੰਦਾ ਹੈ। ਹੁਣ ਜੇ ਕੋਈ ਪ੍ਰਚਾਰ ਹੀ ਕਰੀ ਤੁਹਾਡਾ ਦਾਵਾ ਆ ਗਿਆ, ਉੱਥੇ ਕਰ ਕੋਈ ਨਹੀਂ ਸਕਦਾ। ਜੀ ਹੁਣ ਤਾਂ ਦਾਵਾ ਜੀ ਵਲਟੋਹਾ ਜੀ ਦਾਵਾ ਆ ਗਿਆ ਤੁਹਾਡਾ। ਮੈਂ ਇੱਕ ਲਾਈਨ ਦਾ ਕਮੈਂਟ ਜ਼ਰੂਰ ਚਾਹਾਂਗਾ ਕਿ ਜੋ ਢੀਂਡਸਾ ਹੁਣੀ ਪਲੇਟਫਾਰਮ ਖੜਾ ਕਰ ਰਿਹਾ ਕੋਈ ਇੰਪੈਕਟ ਪਾਏਗਾ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੇ? ਇੱਕ ਲਾਈਨ ਦਾ ਕਮੈਂਟ, ਲੰਬੀ ਚੌੜੀ ਗੱਲ ਨਹੀਂ ਕਰ ਸਕਦੇ। ਦੇਖੋ ਸਿੱਧੂ ਸਾਹਿਬ ਸਰਦਾਰ ਸੁਖਦੇਵ ਸਿੰਘ ਢੀਂਡਸਾ ਜਮ ਅਕਾਲੀ ਦਲ ਬਣਾਉਣ, ਆਪਦੀ ਰਾਜਨੀਤਿਕ ਪਾਰਟੀ ਬਣਾਉਣ, ਔਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਪਾਸੇ ਹੋਣ ਦੇ ਨਾਲ ਜਿਨ੍ਹਾਂ 36 ਸਾਲਾਂ 'ਚ ਕੇਵਲ ਤੇ ਕੇਵਲ ਇੱਕ ਇਲੈਕਸ਼ਨ ਜਿੱਤੀ ਹੈ, ਹਰੇਕ ਵਾਰੀ ਹਾਰਦੇ ਰਹੇ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਰਾਜ ਸਭਾ ਦਾ ਮੈਂਬਰ ਆਪਾਂ ਹੁਣ ਲੰਬੀ ਚੌੜੀ ਬਹਿਸ ਨਹੀਂ ਕਰ ਸਕਦੇ। ਉਹ ਜਿਹੜੇ ਵਿਅਕਤੀ ਨੇ ਜਿਹੜੇ ਦੇਖੋ ਜਿਹੜੇ ਸੱਚਾਈ ਉਹ ਤੋਂ ਤਾਂ ਨਹੀਂ ਭੱਜ ਸਕਦੇ। ਜੇ ਅੱਜ ਉਹ ਪਾਰਟੀ ਬਣਾਉਂਦੇ ਆ ਤੇ ਉੱਥੋਂ ਦੇ ਜਿਹੜੇ ਵਰਕਰ ਨੇ, ਲੀਡਰ ਨੇ, ਉਹ ਤਾਂ ਮਹਿਸੂਸ ਕਰਦੇ ਸੀ ਅਸੀਂ ਸੁਖਦੇਵ ਸਿੰਘ ਢੀਂਡਸਾ ਕੋਲੋਂ ਆਜ਼ਾਦ ਹੋ ਗਏ ਆ, ਸਾਨੂੰ ਹੁਣ ਸ਼ਕਤੀ ਮਿਲੀ ਹੈ, ਸਾਨੂੰ ਕੰਮ ਕਰਨ ਦਾ ਮੌਕਾ ਹੀ ਹੁਣ ਮਿਲਿਆ ਹੈ। ਚਲੋ ਤੁਹਾਡੀ ਗੱਲ ਆ ਗਈ ਜੀ, ਤੁਹਾਡੀ ਗੱਲ ਆ ਗਈ ਕਿ ਢੀਂਡਸੇ ਤੋਂ ਆਜ਼ਾਦ ਆ ਗਏ। ਜੀ ਥੈਂਕ ਯੂ, ਤੁਹਾਡੀ ਗੱਲ ਆ ਗਈ। ਅਮਰਿੰਦਰ ਜੀ 2 ਲਾਈਨਾਂ ਦਾ ਕਮੈਂਟਸ, ਕੀ ਢੀਂਡਸਾ ਹੁਣੇ ਜਦੋਂ ਪਲੇਟਫਾਰਮ ਖੜਾ ਕਰਦੇ ਆ ਕੋਈ ਡੈਂਟ ਪਾ ਸਕਦੇ ਨਹੀਂ ਪਾ ਸਕਦੇ? 2 ਲਾਈਨਾਂ ਦਾ ਕਮੈਂਟ, ਫਿਰ ਬਾਅਦ ਸਮਾਂ ਹੀ ਨਹੀਂ ਹੈ। ਸਿੱਧੂ ਸਾਹਿਬ ਮੇਰਾ ਇਹ ਮੰਨਣਾ ਹੈ ਕਿ ਢੀਂਡਸਾ ਸਾਹਿਬ ਅਕਾਲੀ ਦਲ ਬਣਾਉਣ ਜਾਂ ਨਾ ਬਣਾਉਣ, ਜਿਸ ਪੈਡਸਟਲ ਦੇ ਉੱਪਰ, ਜਿਸ ਜਗ੍ਹਾ ਦੇ ਉੱਪਰ ਅੱਜ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਖੜਾ ਹੈ, ਉਸ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਣਗੇ, ਕਿਉਂਕਿ ਉਹਦੇ ਹੱਥ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਰੰਗੇ ਹੋਏ ਆ। ਇਹ ਗੱਲ ਸਾਫ਼ ਹੈ ਤੇ ਇਹ ਹੁਣ ਵਲਟੋਹਾ ਸਾਹਿਬ ਮੰਨ ਨਹੀਂ ਰਹੇ ਇਸ ਗੱਲ ਨੂੰ। ਜਦ ਤੱਕ ਇਹ ਨਹੀਂ ਮੰਨਣਗੇ ਇਹਦਾ ਕੋਈ ਹੱਲ ਨਹੀਂ ਹੋਏਗਾ। ਇਹ ਆਪਣੀ ਜਿਹੜੀ ਹਕੀਕਤ ਹੈ ਉਸ ਨੂੰ ਮੰਨਣ ਤਾਂ ਹੀ ਇਹ ਕੁਝ ਇਹਨਾਂ ਅੱਗੇ ਵੱਧ ਸਕਦੇ ਆ, ਨਹੀਂ ਤਾਂ ਇਹ ਥੱਲੇ ਹੀ ਜਾਣਗੇ। ਥੈਂਕ ਯੂ। ਹੁਣ ਮੈਂ ਉਦਾਂ ਹੀ ਸਮਾਂ ਮੈਂ ਤੁਹਾਡੇ ਲਈ ਵੀ ਮੇਰੇ ਲਈ ਸਮਾਂ ਨਹੀਂ ਹੈਗਾ ਜੀ। ਸੰਧੂ ਸਾਹਿਬ 2 ਲਾਈਨਾਂ ਦਾ ਕਮੈਂਟ, ਫਿਰ ਵਲਟੋਹਾ ਸਾਹਿਬ ਨੇ ਕਹਿਣਾ ਕਿ ਤੁਹਾਨੂੰ ਵੱਧ ਸਮਾਂ ਦੇਤਾ। 2 ਲਾਈਨਾਂ। ਦੇਖੋ ਜੀ, ਕੋਈ ਵੀ ਜਿਹੜੀ ਘਟਨਾ ਹੁੰਦੀ ਹੈ ਇਹੋ ਜਿਹੀ ਪਾਰਟੀ ਚੋਂ ਕੋਈ ਵੱਡਾ ਲੀਡਰ ਕਦਾਵਰ ਛੱਡ ਕੇ ਜਾਂਦਾ, ਕੋਈ ਵੀ ਪਾਰਟੀ ਚੋਂ ਛੱਡ ਕੇ ਜਾਵੇ, ਉਹਨੂੰ ਡੈਂਟ ਤਾਂ ਲਾਜ਼ਮੀ ਪੈਂਦਾ। ਇਹ ਭੁੱਖ ਤੈਅ ਕਰੂਗਾ ਕਿ ਡੈਂਟ ਕਿੱਡਾ ਵੱਡਾ ਪੈਂਦਾ, ਤੇ ਇਸ ਗੱਲ ਨੂੰ ਅਸਰ ਕਰੂਗਾ ਕਿ ਸੈਂਟਰ ਗਵਰਨਮੈਂਟ ਕੀ ਰਵੱਈਆ ਅਖਤਿਆਰ ਕਰਦੀ ਹੈ, ਬੀਜੇਪੀ ਕਿਹਦੇ ਨਾਲ ਸਮਝੌਤਾ ਕਰਦੀ ਹੈ, ਢੀਂਡਸਾ ਸਾਹਿਬ ਵਾਲੇ ਅਕਾਲੀ ਦਲ ਨਾਲ ਕਰਦੀ ਹੈ ਕਿ ਬਾਦਲ ਸਾਹਿਬ ਵਾਲੇ, ਕਿਉਂਕਿ ਢੀਂਡਸਾ ਸਾਹਿਬ ਵੀ ਬਾਦਲ ਸਾਹਿਬ ਹੀ ਹੈ ਦੂਜੀ। ਥੈਂਕ ਯੂ ਵੈਰੀ ਮਚ ਉਹਨਾਂ 'ਚ ਮਤਲਬ 19 ਦਾ ਫਰਕ ਨਹੀਂਗਾ। ਮਿਹਰਬਾਨੀ। ਅਸੀਂ ਇਹਨਾਂ ਮੁੱਦਿਆਂ ਤੇ ਆਉਣ ਲਈ ਆਪਣੇ ਤਿੰਨਾਂ ਮਹਿਮਾਨਾਂ ਦੇ ਧੰਨਵਾਦੀ ਹਾਂ। ਰਾਏ ਵੱਖੋ ਵੱਖਰੀ ਹੋਣੀ ਸੁਭਾਵਿਕ ਹੈ। ਸੁਖਦੇਵ ਸਿੰਘ ਢੀਂਡਸਾ ਇੱਕ ਅਕਾਲੀ ਦਲ ਦੇ ਤੌਰ 'ਤੇ ਜਿਹੜਾ ਵੱਖਰਾ ਪਲੇਟਫਾਰਮ ਖੜਾ ਕਰਨ ਜਾ ਰਿਹਾ ਹੈ, ਆਉਣ ਵਾਲਾ ਸਮਾਂ ਦੱਸੇਗਾ ਕਿ ਪੰਜਾਬੀ ਇਸ ਨੂੰ ਕਿੰਨਾ ਕੁ ਹੁੰਗਾਰਾ ਦਿੰਦੇ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਕਿੰਨਾ ਕੁ ਚਿੱਬ ਪਾਏਗਾ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਫਿਰ ਵਲਟੋਹਾ ਜੀ ਦਾ, ਅਮਰਿੰਦਰ ਜੀ ਦਾ, ਸੰਧੂ ਸਾਹਿਬ ਦਾ ਧੰਨਵਾਦੀ ਹਾਂ। ਇਹਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।